ਤਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਯੁਗ ਮਹਿ ਚਾਰੋ ਚਰਨਾ। ਤ੍ਰੇਤੇ ਤੀਨ ਰਹਾਏ। ਦੁਆਪਰ ਮਹਿ ਦੂਰ ਹੈ। ਕਲ ਇੱਕ ਚਰਨ ਟਿਕਾਏ। ਸਤਿਯੁਗ ਮਹਿ ਚਾਰੋ ਚਰਨਾ। ਤ੍ਰੇਤੇ ਤੀਨ ਰਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ, ਸਾਹਿਬੇ ਕਮਾਲ, ਅੰਮ੍ਰਿਤ ਕੇ ਦਾਤੇ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ, ਜਾਗਦੀ ਜੋਤ, ਚੌਰ ਛਤਰ ਸਿੰਘਾਸਣ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ, ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ, ਕਰਮਾਂ ਵਾਲੇ ਹੋ, ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੇ ਸੁੰਦਰ ਦਰਬਾਰ ਸੰਧਿਆ ਦੇ ਸਮੇਂ ਤੋਂ ਸੱਜ ਰਹੇ ਹੈ। ਬੇਅੰਤ ਸੰਗਤਾਂ ਨੇ ਗੁਰੂ ਜੀ ਦੀ ਚਰਨਾਂ ਵਿੱਚ ਹਾਜ਼ਰੀ ਭਰ ਕੇ ਤੁਰਕੀ ਬਾਣੀ ਦੇ ਜਾਪ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ
ਜੋ ਲੜੀਵਾਰ ਰੂਪ ਵਿੱਚ ਹੋ ਰਹੀ ਹੈ, ਉਸ ਦਾ ਹੁਣ ਸਮਾਂ ਹੋਇਆ ਹੈ। ਜਿਸ ਕਥਾ ਦੇ ਗ੍ਰੰਥ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਉਲੱਥਾ ਕਰਕੇ ਕਾਵਿ ਦੇ ਨਿਯਮਾਂ ਵਿੱਚ ਛੰਦਾਬੰਦੀ ਕਰਕੇ ਸ੍ਰੀ ਗੁਰਪ੍ਰਤਾਪ ਗ੍ਰੰਥ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਇਹ ਲਿਖੇ। ਜਿਵੇਂ ਸਾਧ ਸੰਗਤ ਜੀ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ, ਜਿਵੇਂ ਕਿ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਸਾਰੀ ਕਥਾ ਸੁਣਾ ਰਹੇ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਪੈੜਾ ਮੁਖਾ ਸਿੱਖ ਤੋਂ ਲਿਖਵਾ ਰਹੇ ਹੈ, ਭਾਈ ਬਾਲਾ ਜੀ ਉਚਾਰ ਰਹੇ ਹਨ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਮਹਾਰਾਜ, ਭਾਈ ਧਿੰਗਾ ਨਾਈ, ਭਾਈ ਜੀਵਾ ਜੀ, ਭਾਈ ਪਾਰੋ ਜੁਲਕਾ ਪਰਮਹੰਸ ਇਤਿਆਦਿਕ ਸਿੱਖ ਇਹ ਕਥਾ ਸਰਵਣ ਕਰ ਰਹੇ ਹਨ ਖਡੂਰ ਸਾਹਿਬ ਵਿੱਚ। ਇਵੇਂ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਥਾ ਸੁਣਾ ਰਹੇ ਅਤੇ ਕਹਿ ਰਹੇ, ਪਹਿਲੇ ਦਿਨ ਜੋ ਕਥਾ ਸੁਣਾਈ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਸੀ, ਉਸ ਵਕਤ ਇਹ ਕਲਯੁਗ ਨੇ ਜੋ ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ। ਕਲਯੁਗ ਦਾ ਸਮਾਂ ਐਸਾ ਆਇਆ ਕਿ ਇਸ ਨੇ ਬਿਨਾਂ ਸਮੇਂ ਤੋਂ ਹੀ ਆਪਣਾ ਵਿਸ਼ੇਸ਼ ਜ਼ੋਰ ਪਾ ਲਿਆ। ਚਾਰ ਚੁਫੇਰੇ ਪਾਪ ਹੀ ਪਾਪ ਵਰਤ ਰਿਹਾ ਸੀ। ਜਿਹੜੇ ਤੁਰਕੜੇ ਮੁਹੰਮਦ ਸਾਹਿਬ ਪੈਗੰਬਰ ਦੇ ਮੰਨਣ ਵਾਲੇ, ਚਾਰ ਚੁਫੇਰੇ ਮਲੇਛਾਂ ਦਾ ਹੀ ਬੋਲਬਾਲਾ ਹੋਣ ਲੱਗਾ। ਰਾਜੇ ਲੋਕ ਗਰੀਬਾਂ ਦੀ ਗੱਲ ਨਹੀਂ ਸੀ ਸੁਣ ਰਹੇ, ਕਾਜੀ ਲੋਕ ਵੱਡੀ ਲੈ ਕੇ ਹੱਕ ਗਵਾਏ, ਇਹੋ ਜਿਹਾ ਸੁਭਾਅ ਬਣਾ ਲਿਆ ਸੀ। ਅਤੇ ਮੁਹੰਮਦ ਸਾਹਿਬ ਦੇ ਲੋਕਾਂ ਦਾ ਚਾਰ ਚੁਫੇਰੇ ਬੋਲਬਾਲਾ ਹੋ ਰਿਹਾ ਸੀ, ਕੋਈ ਕਿਸੇ ਦੀ ਸੁਣਦਾ ਨਹੀਂ ਸੀ। ਗਊ ਗਰੀਬ ਦੀ ਮਾਰ ਕਾਟ ਹੋ ਰਹੀ ਸੀ। ਦੁਸ਼ਟ ਲੋਕ ਦੁਸ਼ਟਤਾਈਆਂ ਕਰ ਕਰਕੇ ਗਊਆਂ ਨੂੰ, ਗਰੀਬਾਂ ਨੂੰ ਮਾਰ ਮਾਰ ਕੇ ਖੁਸ਼ ਹੁੰਦੇ ਸਨ ਕਿ ਮੈਂ ਇੰਨੀਆਂ ਗਾਵਾਂ ਮਾਰ ਦਿੱਤੀਆਂ ਹੈ, ਮੈਂ ਅੱਜ ਇੰਨੇ ਗਰੀਬਾਂ ਨੂੰ ਮਾਰ ਦਿੱਤਾ ਹੈ। ਜੇ ਕੋਈ ਗਰੀਬ ਦੀਨ ਵੇਖ ਲੈਂਦੇ ਤਾਂ ਉਹਦੇ ਕੋਲ ਪੈਸਾ ਧੇਲਾ ਜੋ ਵੇਖਦੇ ਖੋਹ ਲੈਂਦੇ ਸੀ। ਬੜੀ ਬੁਰੀ ਹਾਲਤ ਉਸ ਵਕਤ ਹੋ ਰਹੀ ਸੀ। ਕਲਯੁਗ ਨੇ ਚਾਰ ਚੁਫੇਰੇ ਆਪਣਾ ਵਰਤਾਰਾ ਐਸਾ ਵਰਤਾ ਦਿੱਤਾ ਕਿ ਚਾਰ ਚੁਫੇਰੇ ਪਾਪ ਹੀ ਪਾਪ ਪਸਰ ਗਿਆ। ਜਿਵੇਂ ਭਾਈ ਗੁਰਦਾਸ ਜੀ ਨੇ ਉਸ ਵਕਤ ਜੋ ਮੁਸਲਮਾਨੀ ਮਤ ਦਾ ਬੋਲਬਾਲਾ ਹੋ ਰਿਹਾ ਸੀ, ਅਤੇ ਉਹ ਪਹਿਲੀ ਵਾਰ ਵਿੱਚ ਹੀ ਸ਼ਬਦ ਉਚਾਰਨ ਕੀਤਾ ਹੈ ਕਿ ਬਹੁ ਵਾਟੀ ਜਗ ਚੱਲੀਆ ਤਬ ਹੀ ਭਏ ਮੁਹੰਮਦ ਯਾਰਾ। ਬਹੁਤ ਰਸਤੇ ਚੱਲ ਗਏ, ਮੁਹੰਮਦ ਸਾਹਿਬ ਦੇ ਯਾਰ ਜਿਹੜੇ ਚਾਰ ਹੋਏ ਆ ਉਹ ਜਦੋਂ ਫਿਰ ਪੈਦਾ ਹੋਏ। ਕੌਮ 72 ਸੰਗ ਕਰ ਬਹੁ ਬਿਦ ਵੈਰ ਵਿਰੋਧ ਪਸਾਰਾ। ਕੌਮ ਨੂੰ ਇੱਕ ਨਹੀਂ ਫਿਰਕਾ ਰਹਿਣ ਦਿੱਤਾ, 72 ਰਾਹ ਚਲਾ ਦਿੱਤੇ, 72 ਫਿਰਕੇ ਬਣਾ ਕੇ ਅਤੇ ਆਪੋ ਵਿੱਚ ਹੀ ਵੈਰ ਵਿਰੋਧ ਖੜਾ ਕਰ ਦਿੱਤਾ। ਰੋਜ਼ੇ ਈਦ ਨਮਾਜ਼ ਕਰ ਕਰਮੀ ਬੰਦ ਕੀਆ ਸੰਸਾਰਾ। ਪੀਰ ਪੈਗੰਬਰ ਔਲੀਏ ਗੌਸ ਕੁਤਬ ਬਹੁ ਭਿਖ ਸਵਾਰਾ। ਠਾਕੁਰ ਦੁਆਰੇ ਢਾਹ ਕੈ ਤੇ ਠੌੜੀ ਮਾਸੀਤ ਉਸਾਰਾ। ਬੜੇ ਭੇਖ, ਕੋਈ ਪੀਰ ਆਪਣੇ ਆਪ ਨੂੰ ਕਹਾਉਣ ਲੱਗ ਗਿਆ, ਕੋਈ ਪੈਗੰਬਰ, ਕੋਈ ਔਲੀਆ, ਕੋਈ ਗੌਸ, ਕੋਈ ਕੁਤਬ, ਬੜੇ ਭੇਖ ਬਣਾਏ ਗਏ। ਚਾਰ ਚੁਫੇਰੇ ਐਸਾ ਬੋਲਬਾਲਾ ਹੋ ਗਿਆ, ਠਾਕੁਰ ਦੁਆਰੇ ਢਾਹ ਕੈ। ਜਿਹੜੇ ਠਾਕਰਾਂ ਦੇ ਮੰਦਰ ਸੀ ਉਹ ਢਾਹ ਕੇ ਤੇ ਚਾਰ ਚੁਫੇਰੇ ਮਸੀਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮਾਰਨ ਗਊ ਗਰੀਬਨੋਂ ਧਰਤੀ ਉੱਪਰ ਪਾਪ ਬਿਥਾਰਾ।
ਗਊਆਂ ਨੂੰ ਗਰੀਬਾਂ ਨੂੰ ਮਾਰ ਮਾਰ ਕੇ ਧਰਤੀ ਉੱਪਰ ਪਾਪ ਫੈਲਾ ਦਿੱਤਾ। ਕਾਫਰ ਮੁਲਹਦ ਇਰਮਣੀ ਰੂਮੀ ਜੰਗੀ ਦੁਸ਼ਮਣਦਾਰਾ ਇਸਤਰੀਆਂ ਦੇ ਤਰਫੋਂ ਲੜ ਕੇ ਕਾਫਰ ਲੋਕ ਬੇਈਮਾਨ ਲੋਕ ਇਕੱਠੇ ਹੋ ਗਏ। ਪਾਪੇ ਦਾ ਵਰਤਿਆ ਪਾਸਾਰਾ, ਚਾਰ ਸਫੇਰੇ ਪਾਪ ਹੀ ਪਾਪ ਫੈਲਣ ਲੱਗ ਪਿਆ। ਜੇ ਕੋਈ ਰਾਜੇ ਕੋ ਜਾਂਦਾ ਕਿ ਰਾਜਨ ਮੈਂ ਬੜਾ ਪਰੇਸ਼ਾਨ, ਮੇਰੀ ਮਦਦ ਕੀਤੀ ਜਾਵੇ। ਉਸ ਵਕਤ ਦੇ ਸਾਧ ਸੰਗਤ ਜੀ ਰਾਜੇ ਵੀ ਜਿਹੜੇ ਆ ਬੇਈਮਾਨ ਹੋ ਗਏ। ਜਿਵੇਂ ਗੁਰਬਾਣੀ 'ਚ ਆਉਂਦਾ ਹੈ, ਕਲਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ। ਜਿਹੜਾ ਕਲਯੁਗ ਇਹ ਤੇ ਹੋ ਗਿਆ ਛੁਰੀ, ਰਾਜੇ ਕਸਾਈ ਬਣ ਗਏ, ਧਰਮ ਤੇ ਮਾਨੋ ਪੰਖ ਲਾ ਕੇ ਉੱਡ ਗਿਆ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਕੂੜ ਦੀ ਮੱਸਿਆ ਫੈਲ ਗਈ। ਜਿਵੇਂ ਮੱਸਿਆ ਵਾਲੇ ਦਿਨ ਹਨੇਰਾ ਹੋ ਜਾਂਦਾ, ਚੰਦਰਮਾ ਨਹੀਂ ਦਿਸਦਾ, ਇਵੇਂ ਸੱਚ ਦਾ ਚੰਦਰਮਾ ਤੇ ਦਿਸਦਾ ਹੀ ਨਹੀਂ ਵੀ ਕਿੱਧਰ ਹੈ। ਇਹੋ ਜਿਹੀ ਹਾਲ ਹੋ ਗਈ। ਤੇ ਕਾਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ। ਕਲਯੁਗ ਦਾ ਸਮਾਂ ਆਇਆ ਕਿਹੋ ਜਿਹਾ, ਕੁੱਤੇ ਮੂੰਹ ਵਾਲਾ। ਇਹਦੀ ਖੁਰਾਕ ਕੀ ਹੋ ਗਈ, ਮੁਰਦਿਆਂ ਨੂੰ ਖਾਣਾ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਰਾਜੇ ਪਾਪ ਕਮਾਉਣ ਲੱਗੇ, ਵੇਸ਼ਿਆਗਾਮੀ ਮੰਤਰੀ ਹੋ ਗਏ, ਵਿਸ਼ੇ ਲੰਪਟ। ਵੀ ਰਾਜੇ ਦੇ ਇੱਕ ਰਖਵਾਲੀ ਜਿਵੇਂ ਖੇਤ ਦੀ ਰਖਵਾਲੀ ਵਾੜ ਕਰਦੀ ਹੈ, ਇਹਦੇ ਉਲਟੀ ਗੰਗਾ ਹੋ ਗਈ ਕਿ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਜਿਹਨੇ ਰੱਖਿਆ ਕਰਨੀ ਸੀ। ਇਹੋ ਜਿਹੇ ਰਾਜੇ ਹੋ ਗਏ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਥ ਮੁਖੋਂ ਆ ਲਾਈ। ਪਰਜਾ ਜਿਹੜੀ ਅੰਨੀ ਹੋ ਗਈ, ਗਿਆਨ ਤੋਂ ਬਿਨਾ ਝੂਠ ਦਾ ਹੀ ਪਸਾਰਾ ਚਾਰ ਸਫੇਰੇ ਹੋ ਗਿਆ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ। ਚੇਲੇ ਜਿਹੜੇ ਆ ਕੰਮ ਤੇ ਸੀ ਉਹਨਾਂ ਦਾ ਨੱਚਣਾ, ਉਹ ਸਾਜ ਵਜਾਉਣ ਲੱਗੇ ਤੇ ਗੁਰੂ ਜਿਹੜੇ ਨੱਚਣ ਲੱਗੇ। ਭਾਈ ਗੁਰਦਾਸ ਜੀ ਇਹ ਸਭ ਲਿਖਿਆ ਹੋਇਆ ਹੈ। ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘੜੀ ਤੇ ਨਾੜੇ ਜਾਈ। ਸੇਵਕ ਜਿਹੜੇ ਉਹ ਘਰਾਂ ਵਿੱਚ ਬੈਠੇ ਆ ਪੜ੍ਹਨ ਵਾਲੇ, ਤੇ ਗੁਰੂ ਜਿਹੜੇ ਉਹਨਾਂ ਨੂੰ ਪੜ੍ਹਾਉਣ ਵਾਸਤੇ ਘਰਾਂ 'ਚ ਜਾ ਰਹੇ ਸਨ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਕਾਜੀ ਜਿਹੜੇ ਜੱਜ ਦਾ ਕੰਮ ਕਰਦੇ ਸੀ ਉਹ ਰਿਸ਼ਵਤੀ ਹੋ ਗਏ, ਵੱਡੀਆਂ ਲੈ ਕੇ ਤੇ ਹੱਕ ਦਾ ਗਵਾ ਦਿੱਤਾ, ਸੱਚ ਨੂੰ ਗਵਾ ਦਿੱਤਾ। ਜਿੰਨੇ ਜ਼ਿਆਦੀ ਮਾਇਆ ਪੈਸਾ ਦੇ ਦਿੱਤਾ ਤੇ ਉਹਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਿੰਨੇ ਮਾਇਆ ਦਿੱਤੀ ਉਹਦੇ ਵੱਲ ਦੀ ਕਿਤਾਬ ਲੈ ਕੇ ਲਾਲ, ਤੇ ਐਵੇਂ ਕਹਿਣ ਲੱਗ ਪਏ ਲਾਲ ਕਿਤਾਬ ਖਾਨੇ ਇਉਂ, ਤੇਲੀ ਬਲਦ ਪੜ੍ਹਾਇਆ ਕਿਉਂ। ਉਹ ਜਿਵੇਂ ਉਹ ਬਲਦ ਦੀ ਲੜਾਈਆਂ ਹੋ ਗਈਆਂ ਸੀ ਦੋਵਾਂ ਦੀਆਂ, ਤੇ ਉਹ ਫਿਰ ਕਾਜੀ ਨੇ ਐਵੇਂ ਫਤਵਾ ਸੁਣਾਇਆ ਕਿ ਲਾਲ ਕਿਤਾਬ ਵਿਖਾਨੇ ਇਉਂ। ਲਾਲ ਕਿਤਾਬ ਨੂੰ ਕੱਢ ਕੇ ਤੇ ਦੱਸਣ ਲੱਗਾ ਫੈਸਲਾ, ਤੇਲੀ ਬਲਦ ਪੜ੍ਹਾਇਆ ਕਿਉਂ। ਖਲ ਖਵਾਏ ਕੀਆ ਮੁਸ਼ਟੰਡ, ਬੈਲ ਕਾ ਬੈਲ 50 ਰੁਪਏ ਡੰਨ। ਇਵੇਂ ਡੰਨ ਲਾਉਣ ਲੱਗੇ, ਹੱਕ ਗਵਾ ਦਿੱਤਾ ਕਾਜ਼ੀਆਂ ਨੇ। ਇਸਤਰੀ ਪੁਰਖੇ ਦਾਮ ਹਿੱਤ ਭਾਵੇਂ ਆਏ ਕਿਥਾਊ ਜਾਈ। ਇਸਤਰੀਆਂ ਪੁਰਖ ਪੈਸੇ ਵਾਸਤੇ ਕਦੀ ਇਸਤਰੀ ਜਿੱਧਰ ਜਾਂਦੀ ਸੀ ਪੁਰਸ਼ ਨਹੀਂ ਸੀ ਪੁੱਛਦਾ, ਪੁਰਸ਼ ਜਿੱਧਰ ਜਾਂਦੇ ਸੀ ਇਸਤਰੀ ਨਹੀਂ ਸੀ ਪੁੱਛਦੀ। ਕੋਈ ਪਤੀ ਪਤਾ ਵਰਤਾ ਧਰਮ ਨਾ ਰਹਿ ਗਿਆ। ਵਰਤਿਆ ਪਾਪ ਸਭਸ ਜਗ ਮਾਹੀ। ਸਾਰੇ ਜੱਗ 'ਚ ਪਾਪ ਹੀ ਪਾਪ ਫੈਲ ਗਿਆ। ਭਾਈ ਬਾਲਾ ਜੀ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਹ ਸਾਰਾ ਸੁਣਾ ਰਹੇ ਕਿ ਮਹਾਰਾਜ ਐਸੀ ਹਾਲਤ ਹੋ ਗਈ ਸੀ, ਚਾਰ ਸਫੇਰੇ ਪਾਪਾਂ ਦਾ ਬੋਲ ਬਾਲਾ। ਜਿਹੜੇ ਪੰਡਿਤ ਵਿਦਵਾਨ ਜਾਂ ਉਹਨਾਂ ਸਿੱਖਿਆ ਦੇਣੀ ਸੀ, ਉਹ ਪਹਿਰੇਦਾਰ ਸੀ, ਉਹ ਲੋਕ ਆਪ ਹੀ ਝਗੜਿਆਂ ਵਿੱਚ ਕੁੱਕੜਾਂ ਵਾਂਗ ਲੜ ਮਰਨ ਲੱਗੇ। ਜੋਗੀ ਜੰਗਮ ਜਾਨੀ ਜਿਹੜੇ ਆਪਣੇ ਆਪ ਨੂੰ ਨਾਂਗੇ ਸਾਧੂ ਖਵਾਉਂਦੇ ਸੀ, ਉਹ ਵੀ ਤਰਸ਼ੂਲੀ ਹੋਣ ਲੱਗੇ। ਜੋਗੀਆਂ ਨੇ 12 ਪੰਥ ਬਣਾ ਲਏ, ਸੰਨਿਆਸੀਆਂ ਦੇ 10 ਜਿਹੜੇ ਪੰਥ ਹੋ ਗਏ। ਇਵੇਂ ਚਾਰ ਸਫੇਰੇ ਉਹ ਜਦੋਂ ਪਾਪ ਵੱਧ ਗਿਆ, ਫਿਰ ਇਹ ਗੁਰੂ ਅੰਗਦ ਦੇਵ ਸਾਹਿਬ ਜੀ ਧਰਤੀ ਨੇ ਪੁਕਾਰ ਕੀਤੀ ਪਰਮੇਸ਼ਰ ਅੱਗੇ, ਹੈ ਪਰਮੇਸ਼ਰ ਮੈਨੂੰ ਇੱਥੇ ਪਹਾੜਾਂ ਦਾ ਸਮੁੰਦਰਾਂ ਦਾ
ਧਰਮੀ ਲੋਕਾਂ ਦਾ, ਜੀਵ ਜੰਤੂਆਂ ਦਾ ਕੋਈ ਭਾਰ ਨਹੀਂ ਹੈ। ਪਰ ਹੇ ਪਰਮੇਸ਼ਰ, ਪਾਪ ਬੜਾ ਫੈਲ ਗਿਆ ਹੈ, ਮੈਨੂੰ ਹੁਣ ਟਿਕਣਾ ਜਿਹੜਾ ਔਖਾ ਹੋ ਰਿਹਾ ਹੈ। ਮੈਂ ਬੜੀ ਪਰੇਸ਼ਾਨ ਹਾਂ। ਮੈਂ ਆਪ ਜੀ ਦੇ ਆਸਰੇ ਤੋਂ ਬਿਨਾਂ ਇਸਤ ਨਹੀਂ ਹੋ ਸਕਦੀ। ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ। ਪਾਪ ਰੂਪ ਹੋ ਗਈ ਧਰਤੀ ਤੇ ਅਰਦਾਸ ਕਰਨ ਲੱਗੀ। ਐਵੇਂ ਸਮਝ ਲਓ ਕਿ ਧਰਤੀ ਉੱਪਰ ਜਿਹੜੇ ਸੱਤ ਪੁਰਸ਼ ਧਰਮੀ ਲੋਕ ਸੀ, ਉਹ ਅਰਦਾਸਾਂ ਕਰਨ ਲੱਗੇ ਪਰਮਾਤਮਾ ਅੱਗੇ, ਹੇ ਪਰਮਾਤਮਾ ਸਾਡੀ ਰੱਖਿਆ ਕਰ। ਜਿਵੇਂ ਸਤਿਯੁਗ ਵਿੱਚ ਉਹ ਹਰਨਾਕਸ਼ ਨੇ ਵੈਰ ਵਿਰੋਧ ਕੀਤਾ ਸੀ, ਮੰਦਰ ਢਾਈ ਜਾਂਦਾ ਸੀ, ਵਿਸ਼ਨੂੰ ਭਗਤਾਂ ਨੂੰ ਮਾਰਨ ਲੱਗ ਪਿਆ ਸੀ, ਦੈਂਤ ਰਾਜ ਕਰ ਦਿੱਤਾ ਸੀ, ਤੇ ਅਰਦਾਸਾਂ ਬੇਨਤੀਆਂ ਕੀਤੀਆਂ ਰਿਸ਼ੀਆਂ ਮੁਨੀਆਂ ਨੇ। ਤੇ ਫਿਰ ਵਿਸ਼ਨੂੰ ਭਗਵਾਨ ਪ੍ਰਗਟ ਹੋ ਕੇ ਕਿਹਾ ਸੀ ਕਿ ਮੇਰਾ ਭਗਤ ਪ੍ਰਹਿਲਾਦ ਆਵੇਗਾ, ਉਹ ਇਹਦਾ ਨਾਸ ਕਰੇਗਾ। ਫਿਰ ਉਹ ਜਿਵੇਂ ਉਹ ਸਾਰੀ ਸਤਿਯੁਗ ਵਿੱਚ ਕਲਾ ਵਰਤੀ, ਕਲਯੁਗ ਵਿੱਚ ਵੀ ਇਹੀ ਕਲਾ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਵਰਤ ਰਹੀ ਸੀ। ਬੁਰਾ ਹਾਲ ਹੋਇਆ ਪਿਆ ਸੀ। ਇਸੇ ਤਰ੍ਹਾਂ ਹੀ ਇਹ ਜਦੋਂ ਵੀ ਕੋਈ ਅਵਤਾਰ ਆ ਜਾਂਦਾ ਹੈ, 400-500 ਸਾਲ ਤੱਕ ਦੀ ਸ਼ਾਂਤੀ ਰਹਿੰਦੀ ਹੈ। ਫਿਰ ਉਹੀ ਹਾਲ ਹੋਣਾ, ਥੋੜ੍ਹੀ ਤਬਦੀਲੀ ਆ ਜਾਂਦੀ ਹੈ। ਜੋ ਕੁਝ ਉਦੋਂ ਹੋ ਰਿਹਾ ਸੀ, ਅੱਜ ਉਹ ਕੁਝ ਫਿਰ ਹੋ ਰਿਹਾ ਹੈ। ਇਹ ਸਾਰਾ ਪਸਾਰਾ ਉਸੇ ਤਰ੍ਹਾਂ ਕਲਯੁਗ ਦਾ ਫੈਲ ਰਿਹਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਜਿਵੇਂ ਧਰਤੀ ਉਸ ਪਰਮੇਸ਼ਰ ਅੱਗੇ ਬੇਨਤੀਆਂ ਕਰਕੇ ਕਹਿ ਰਹੀ ਹੈ, ਆਓ ਆਪਾਂ ਉਹ ਕਥਾ ਸਰਵਣ ਕਰੀਏ। ਇਹ ਸਾਰੀ ਜਿਹੜੀ ਕਥਾ ਹੈ, ਇਹ ਧਰਤੀ ਹੁਣ ਪੁਕਾਰ ਕਰੇਗੀ ਪਰਮੇਸ਼ਰ ਅੱਗੇ ਜਿਵੇਂ ਪਰਮੇਸ਼ਰ ਅੱਗੋਂ ਆਕਾਸ਼ਬਾਣੀ ਰਾਹੀਂ ਦੱਸਣਗੇ, ਉਹ ਸਾਰੀ ਕਥਾ ਆਵੇਗੀ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣਾ ਰਹੇ ਹੈ, ਬਾਬਾ ਬੁੱਢਾ ਸਾਹਿਬ ਜੀ, ਗੁਰੂ ਅਮਰਦਾਸ ਜੀ ਇਤਿਆਦਿਕ ਸਿੱਖ ਸਰਵਣ ਕਰ ਰਹੇ ਹਨ। ਆਪਾਂ ਵੀ ਸਰਵਣ ਕਰੀਏ। ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ। ਬੜੇ ਪਿਆਰ ਸਤਿਕਾਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਯੁਗ ਮਹਿ ਚਾਰੋ ਚਰਨਾ। ਧਰਤੀ ਮਾਤਾ ਜਾਂ ਐਵੇਂ ਸਮਝੋ ਕਿ ਜਿਹੜੇ ਧਰਤੀ 'ਤੇ ਰਹਿਣ ਵਾਲੇ ਸੰਤ ਮਹਾਂਪੁਰਸ਼ ਧਰਮੀ ਸਨ, ਉਹ ਬੇਨਤੀਆਂ ਕਰਕੇ ਕਹਿ ਰਹੇ ਪਰਮੇਸ਼ਰ ਨੂੰ, ਹੇ ਪਰਮੇਸ਼ਰ। ਧਰਤੀ ਕਹਿੰਦੀ ਹੈ ਪਰਮੇਸ਼ਰ, ਸਤਿਯੁਗ ਵਿੱਚ ਮੇਰੇ 4 ਚਰਨ ਸਨ, ਮੇਰੇ 4 ਪੈਰ ਸੀ। ਇਹ ਗੁਰਬਾਣੀ ਵਿੱਚ ਵੀ ਸ਼ਬਦ ਬੜੀ ਯਾਰ ਇਹਦੀ ਕਥਾ ਆਪਾਂ ਸਵੇਰ ਦੀ ਕਥਾ 'ਚ ਆਉਂਦੀ ਹੈ। ਉਂਝ ਵੀ ਉਹ ਦੱਸਿਆ ਨਹੀਂ ਜਾਂਦਾ ਵੀ 4 ਚਰਨ ਕਿਹੜੇ। ਸਤਿਯੁਗ ਵਿੱਚ ਹੇ ਪਰਮੇਸ਼ਰ ਮੇਰੇ 4 ਚਰਨ ਸੀ। ਸਤ, ਜਗ, ਤਪ, ਦਾਨ। ਸੱਚ ਬੋਲਣਾ, ਸਤ ਪ੍ਰਤੱਗੀ ਹੋਣਾ, ਤਪ ਕਰਨਾ, ਜਗ ਕਰਨਾ ਤੇ ਦਾਨ ਕਰਨਾ। ਇਵੇਂ ਹੇ ਪਰਮ ਪਿਤਾ ਅਕਾਲ ਪੁਰਖ ਅਭੈ ਲੇਖੇ ਤੋਂ ਰਹਿਤ ਪਰਮੇਸ਼ਰ, ਮੈਂ ਧਰਤੀ ਦੇ ਸਤਿਯੁਗ ਵਿੱਚ 4 ਚਰਨ ਸਨ। ਆ 4 ਤਰ੍ਹਾਂ ਦੇ ਲੋਕ ਸੀ ਉਸ ਵਕਤ। ਤ੍ਰੇਤੇ 3 ਰਹਾਏ। ਤੇ ਤ੍ਰੇਤੇ ਵਿੱਚ ਮੇਰੇ 3 ਪੈਰ ਰਹਿ ਗਏ। ਸਤ ਜਿਹੜਾ ਉਹਦੇ ਖਤਮ ਹੋ ਗਿਆ, ਤੇ ਜਗ ਰਹਿ ਗਿਆ, ਤਪ ਰਹਿ ਗਿਆ ਤੇ ਦਾਨ ਰਹਿ ਗਿਆ। ਐਵੇਂ 3 ਜਿਹੜੇ 3 ਪੈਰਾਂ ਦੇ ਸਿਰ ਤੇ ਮੈਂ ਟਿਕੀ ਹੋਈ ਸਾਂ। ਹੇ ਪਰਮੇਸ਼ਰ, ਦੁਆਪਰ ਮਹਿ 2 ਰਹੇ। ਤੇ ਦੁਆਪਰ ਵਿੱਚ ਮੇਰੇ ਹੇ ਪਰਮੇਸ਼ਰ 2 ਹੀ ਪੈਰ ਰਹਿ ਗਏ। ਸਤਿਯੁਗ 'ਚ ਵੀ ਸਤ ਚਲਿਆ ਗਿਆ, ਤ੍ਰੇਤੇ ਵਿੱਚ ਜਗ ਚਲਿਆ ਗਿਆ, ਦੁਆਪਰ 'ਚ ਤਪ ਰਹਿ ਗਿਆ ਤੇ ਦਾਨ ਕਰਨਾ ਰਹਿ ਗਿਆ। ਐਵੇਂ ਮੇਰੇ 2 ਹੀ ਪੈਰ ਰਹਿ ਗਏ ਸੀ। ਕਲ 1 ਚਰਨ ਟਿਕਾਏ। ਹੁਣ ਮੈਂ ਹੇ ਪਰਮ ਪਿਤਾ, ਮੈਂ ਕਲਯੁਗ ਦੇ ਵਿੱਚ 1 ਹੀ ਪੈਰ ਤੇ ਟਿਕੀ ਹੋਈ ਹਾਂ। ਉਹ ਕੀ ਪੈਰ ਰਹਿ ਗਿਆ ਹੈ? ਦਾਨ। ਕਲਯੁਗ ਦੇ ਵਿੱਚ ਲੋਕ ਦਾਨ ਕਰ ਲੈਂਦੇ ਆ ਥੋੜ੍ਹਾ ਬਹੁਤਾ। ਤਪ ਕਰਨਾ ਤੇ ਕਿਧਰੇ ਰਿਹਾ, ਤਪ ਤੇ ਕੋਈ ਨਹੀਂ ਕਰਦਾ, ਨਾ ਕਰ ਸਕਦਾ ਹੈ।
ਨਾ ਕੋਈ ਸੱਚ ਬੋਲਦਾ ਹੈ, ਨਾ ਕੋਈ ਜੱਗ ਕਰ ਸਕਦਾ ਹੈ। ਜੱਗ ਕਰਦੇ ਉਹ ਥੋੜ੍ਹਾ ਜਿਹਾ ਕੋਈ ਆਪਣੇ ਸਵਾਰਥ ਵਾਸਤੇ, ਕੋਈ ਲਾਗੇ ਗਵਾਂਢ ਮੱਥੇ ਜੀ। ਇਵੇਂ ਇਕੱਲਾ ਦਾਨ ਰਹਿ ਗਿਆ ਹੈ ਕਲਯੁੱਗ ਦੇ ਵਿੱਚ। ਸੱਚ ਬੋਲਣਾ ਵੀ ਗਿਆ, ਜੱਗ ਕਰਨਾ ਵੀ ਗਿਆ, ਦਾਨ ਤਪ ਵੀ ਗਿਆ, ਤਪੱਸਿਆ ਕਰਨੀ ਗਈ, ਸਿਰਫ ਦਾਨ ਰਹਿ ਗਿਆ। ਇਹ ਧਰਤੀ ਮਾਤਾ ਕਹਿ ਰਹੀ ਹੈ, ਹੇ ਪਰਮੇਸ਼ਰ, ਮੇਰੇ ਇਵੇਂ ਸਤਿਯੁਗ ਤੋਂ ਲੈ ਕੇ ਤੇ ਹੁਣ ਕਲਯੁਗ ਤੱਕ ਇੱਕ ਹੀ ਪੈਰ ਰਹਿ ਗਿਆ ਹੈ, ਉਹ ਕਿਹੜਾ ਦਾਨ ਦਾ। ਦਾਨ ਦੇ ਸਹਾਰੇ ਮੈਂ ਟਿਕੀ ਹੋਈ ਹਾਂ। ਜਿਵੇਂ ਗੁਰਬਾਣੀ ਦੇ ਬਚਨ ਹੈ, ਸਤਿਯੁਗ ਸਤ, ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਦਿੜੈ, ਕਲ ਕੇਵਲ ਨਾਮ ਆਧਾਰ। ਕਲਯੁੱਗ ਦੇ ਵਿੱਚ ਇੱਕ ਨਾਮ ਦਾ ਹੀ ਆਸਰਾ ਹੈ। ਅਤੇ ਇਵੇਂ ਧਰਤੀ 'ਤੇ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਇਹ ਇੰਨਾ ਪਾਪ ਫੈਲ ਗਿਆ ਕਿ ਇਕੱਲਾ ਦਾਨ ਹੀ ਰਹਿ ਗਿਆ ਸੀ। ਅਤੇ ਧਰਤੀ ਕਹਿ ਰਹੀ ਕਿ ਹੇ ਪਰਮੇਸ਼ਰ, ਮੇਰਾ ਤੇ ਇੱਕ ਹੀ ਪੈਰ ਦਾਨ ਦੇ ਸਹਾਰੇ ਮੈਂ ਹੁਣ ਟਿਕੀ ਹੋਈ ਹਾਂ। ਚੌਪਈ ਕਲ ਮਲ ਮੈਂ ਆਇਓ ਕਲ ਕਾਲਾ। ਕਲਯੁਗ ਦਾ ਸਮਾਂ ਹੈ, ਇਹ ਤੇ ਪਾਪ ਰੂਪ ਹੀ ਆਇਆ ਹੈ। ਸਾਰੇ ਪਾਪ ਹੀ ਪਾਪ ਪਸਰ ਰਿਹਾ ਹੈ। ਭਇਓ ਸੋ ਜਾਤੇ ਭਾਰ ਵਿਸਾਲਾ। ਇਸ ਕਰਕੇ ਹੇ ਪਰਮੇਸ਼ਰ, ਮੇਰੇ ਉੱਪਰ ਬਹੁਤ ਜ਼ਿਆਦਾ ਪਾਪਾਂ ਦਾ ਭਾਰ, ਬੋਝ ਵੱਧ ਗਿਆ ਹੈ। ਏਕ ਚਰਨ ਤੇ ਟਿਕਾ ਨ ਜਾਈ। ਇੱਕ ਚਰਨ ਕਹੀਏ ਜਿਹੜਾ ਦਾਨ ਦੇ ਸਹਾਰੇ ਮੈਂ ਟਿਕ ਨਹੀਂ ਸਕਦੀ, ਧਰਮ ਤੇ ਕਿਤੇ ਹੁਣ ਦਿਸਦਾ ਨਹੀਂ ਹੈ। ਬਿਨ ਅਵਲੰਬ ਨਾ ਥਿਰਤਾ ਜਾਈ, ਬਿਨ ਅਵਲੰਬ ਨਾ ਥਿਰਤਾ ਪਾਈ। ਹੇ ਪਰਮਾਤਮਾ, ਤੇਰੇ ਆਸਰੇ ਤੋਂ ਬਿਨਾ ਮੈਂ ਟਿਕਣਾ ਨਹੀਂ ਪਾ ਰਹੀ ਹਾਂ। ਹੁਣ ਮੇਰੇ ਕੋਲ ਖੜਿਆ ਨਹੀਂ ਜਾ ਰਿਹਾ, ਇਹ ਸਥਿਤੀ ਨਹੀਂ ਹੋ ਰਹੀ। ਏਕ ਓੰਕਾਰ ਬਿਨੈ ਸੁਨ ਲੀਜੈ। ਇੱਕ ਓੰਕਾਰ, ਉਤਪਤੀ ਪਾਲਣਾ ਲੈਤਾ ਕਰਨ ਵਾਲੇ ਪਰਮੇਸ਼ਰ, ਆ ਮੇਰੀ ਬੇਨਤੀ ਸੁਣ ਲੀਜੈ। ਫਿਰ ਹੋਵੋ ਕੋ ਅਵਲੰਬ ਦੀਜੈ। ਜੇ ਮੈਨੂੰ ਤੁਸੀਂ ਆਪਣਾ ਕੋਈ ਆਸਰਾ ਦੇ ਦਿਓ, ਫਿਰ ਮੈਂ ਇਸ ਸਥਿਤ ਹੋ ਸਕਦੀ ਹਾਂ, ਟਿਕ ਸਕਦੀ ਹਾਂ। ਜੋਤੀ ਰੂਪ ਆਤਰੀ ਬਾਣੀ। ਜਦੋਂ ਧਰਤੀ ਨੇ ਮੈਂ ਬਹੁਤ ਬਕਾਰਾਂ ਕੀਤੀਆਂ, ਬੜੀਆਂ ਬੇਨਤੀਆਂ ਕੀਤੀਆਂ, ਜੋਤੀ ਰੂਪ ਜੋ ਪ੍ਰਕਾਸ਼ ਰੂਪ ਪਰਮੇਸ਼ਰ ਹੈ, ਉਸ ਪਰਮੇਸ਼ਰ ਨੇ ਇਹ ਧਰਤੀ ਦੀ ਜਿਹੜੀ ਵਿਆਕਲ ਬੜੀ ਦੁਖੀ ਜਿਹੜੀ ਹੈ ਦੁੱਖ ਭਰੀ ਬਾਣੀ ਸੁਣੀ। ਸੁਨਤ ਵਿਚਾਰ ਕੀਨ ਸੁਖਦਾਨੀ। ਸੁਣਦਿਆਂ ਸਾਰੇ ਸੁੱਖਾਂ ਦਾ ਦਾਨ ਦੇਣ ਵਾਲੇ ਪਰਮੇਸ਼ਰ ਨੇ ਵਿਚਾਰ ਕੀਤੀ ਹੈ। ਇਸ ਕਾਰਜ ਕੋ ਬਹੁਤ ਬਿਠਾਏ। ਵੀ ਇਸ ਕਾਰਜ ਵਾਸਤੇ ਕਿ ਧਰਤੀ ਨੂੰ ਆਸਰਾ ਮਿਲੇ, ਧਰਮ ਰਹੇ, ਟਿਕੀ ਰਹੇ, ਇਹਦੇ ਵੀ ਅਸਾਂ ਨੇ ਬਹੁਤ ਪਹਿਲਾਂ ਭੇਜੇ ਸਨ। ਜਾਏ ਤਹਾਂ ਨਿਜ ਪੰਥ ਚਲਾਏ। ਉੱਥੇ ਜਾ ਕੇ ਉਹਨਾਂ ਨੇ ਆਪੋ ਆਪਣੇ ਪੰਥੀ ਚਲਾ ਲਏ, ਆਪਣੇ ਆਪ ਨੂੰ ਪਰਮੇਸ਼ਰ ਮੰਨ ਲਿਆ। ਮਹਾਦੇਵ ਅਚੁੱਤ ਕਹਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ। ਐਵੇਂ ਪਾਰ ਬ੍ਰਹਮਣਾ ਕਿਨਹੂ ਜਾਨਾ, ਪਰਮੇਸ਼ਰ ਨੂੰ ਕਿਸੇ ਨੇ ਨਹੀਂ ਜਾਣਿਆ। ਵਿਸ਼ਨੂੰ ਜੀ ਕਹਿਣ ਲੱਗੇ ਆਪਣੇ ਆਪ ਨੂੰ ਮੰਨ ਲਿਆ। ਜਿਹੜੇ ਆ ਮਹਾਦੇਵ ਉਹ ਕਹਿੰਦੇ ਮੈਂ ਹੀ ਅਗੇੜ ਅਡਿੱਗ ਅਚੁੱਤ ਹਾਂ। ਐਵੇਂ ਤੇ ਕਹਿ ਕਹੋ ਤੇ ਕਹਿ ਕਰੋ ਹਮਾਰੀ ਪੂਜਾ, ਹਰ ਹਮ ਬਿਨ ਅਵਰ ਨਾ ਠਾਕਰ ਦੂਜਾ। ਤੇ ਕਹਿਣ ਲੱਗ ਪਏ ਸਾਡੀ ਜਿਹੜੀ ਪੂਜਾ ਕਰੋ, ਸਾਡੇ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਪਰਮੇਸ਼ਰ ਐਵੇਂ ਵਿਚਾਰ ਕਰਨ ਲੱਗ ਪਏ ਵੀ ਪਹਿਲਾਂ ਬਹੁਤ ਇਸ ਧਰਤੀ ਦੇ ਆਸਰੇ ਵਾਸਤੇ ਕਿ ਟਿਕੀ ਰਹੇ, ਧਰਮ ਰਹੇ, ਬਹੁਤ ਭੇਜੇ, ਪਰ ਉਹਨਾਂ ਨੇ ਆਪੋ ਹੀ ਆਪਣੇ ਪੰਥ ਚਲਾ ਲਏ। ਬਿਸਰੇ ਜਾਂ ਕਾਰਜ ਤਹ ਗਏ। ਤੇ ਜਿਸ ਕਾਰਜ ਵਾਸਤੇ ਕਿ ਨਾਮ ਦੀ ਮਹਿਮਾ
ਧਰਤੀ ਨੂੰ ਧੀਰਜ, ਧਰਮ ਦੀ ਧੀਰਜ ਵਾਸਤੇ ਗਏ ਸੀ, ਉਹ ਕੰਮ ਤੋਂ ਤੇ ਵਿਸਰ ਹੀ ਗਏ, ਭੁੱਲ ਹੀ ਗਏ। ਆਪਣੇ ਆਪਣੇ ਮਤ ਠਹਿਰਾਏ, ਆਪਣਾ ਆਪਣਾ ਮਤ ਪੱਕਿਆਂ ਕਰ ਦਿੱਤਾ ਵੀ ਸਾਨੂੰ ਮੰਨੋ, ਅਸੀਂ ਕਲਿਆਣ ਸਰੂਪ ਹਾਂ। ਸ਼ਿਵ ਨਾਮ ਰਖਵਾਲਿਆ, ਅਚੁੱਤ ਨਾਮ ਰਖਵਾਲਿਆ। ਇਵੇਂ ਸੂਰਜ ਨੂੰ ਭੇਜਿਆ, ਚੰਦਰਮਾ ਨੂੰ ਭੇਜਿਆ, ਆਪੋ ਆਪਣੀ ਪੂਜਾ ਕਰਾਉਣ ਲੱਗ ਪਏ। ਇਹ ਸਾਰੀ ਜਿਹੜੀ ਕਥਾ ਹੈ ਬਚਿੱਤਰ ਨਾਟਕ ਸ੍ਰੀ ਦਸਵੇਂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਖੋਲ੍ਹ ਕੇ ਲਿਖੀ ਹੈ। ਮਾਨੋ ਕਿ ਉਹਦਾ ਹੀ ਹਵਾਲਾ ਹੈ ਇੱਥੇ ਕਿ ਉਹ ਪਰਮੇਸ਼ਰ ਨੇ ਇਹ ਜਿਹੜੀ ਆ ਆਕਾਸ਼ਬਾਣੀ ਰਾਹੀਂ ਆਪਣੇ ਆਪ 'ਚ ਵਿਚਾਰ ਕੀਤੀ ਵੀ ਜਿਹੜੇ ਪਹਿਲੇ ਭੇਜੇ ਉਹ ਸਾਰਿਆਂ ਨੇ ਆਪੋ ਆਪਣੀਆਂ ਮੱਤ ਪੱਕੇ ਕਰ ਲਏ ਕਿ ਸਾਨੂੰ ਹੀ ਮੰਨੋ। ਕਿਨਹੋ ਨਾ ਮਹਿਮਾ ਨਾਮ ਬਿਥਾਰੀ, ਵੀ ਜਿੰਨੇ ਵੀ ਭੇਜੇ ਕਿਸੇ ਨੇ ਵੀ ਜਿਹੜੇ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਉਸ ਨਾਮ ਦੀ ਮਹਿਮਾ ਨਾ ਫੈਲਾਈ, ਉਹਦਾ ਨਾ ਪਸਾਰ ਕੀਤਾ। ਬਹੁ ਭਗਤ ਕੀ ਰੀਤ ਨਾ ਡਾਰੀ, ਚਾਹੀਦਾ ਤੇ ਇਹ ਸੀ ਕਿ ਪ੍ਰੇਮਾ ਭਗਤੀ ਦੀ ਰੀਤੀ ਮਰਿਆਦਾ ਆ ਡਾਲਦੇ ਪਾਉਂਦੇ ਦਿੰਦੇ ਇਹਦੀ ਸਿੱਖਿਆ, ਪਰ ਪ੍ਰੇਮਾ ਭਗਤੀ ਦੀ ਜਿਹੜੀ ਰੀਤੀ ਉਹ ਤੇ ਕਿਸੇ ਨੂੰ ਦਿੱਤੀ ਹੀ ਨਾ। ਜਿਉ ਹੋਵਤ ਅਵਲੰਬਤ ਸ਼ੋਨੀ, ਵੀ ਪ੍ਰੇਮਾ ਭਗਤੀ ਦਿੰਦੇ, ਨਾਮ ਦੀ ਮਹਿਮਾ ਫੈਲਾਉਂਦੇ, ਜਿਸ ਕਰਕੇ ਆ ਧਰਤੀ ਨੂੰ ਆਸਰਾ ਹੋ ਜਾਂਦਾ। ਇਉ ਵਿਚਾਰ ਬੋਲੇ ਜਗ ਜੋਨੀ, ਇਉਂ ਵਿਚਾਰ ਕੇ ਜੋ ਜਗਤ ਦੇ ਜੋਨੀ ਭਾਵ ਜਗਤ ਦਾ ਕਾਰਨ ਹੈ, ਸੰਸਾਰ ਦਾ ਕਾਰਨ ਹੈ, ਪੈਦਾ ਕਰਨ ਵਾਲੇ ਪਰਮੇਸ਼ਰ ਨੇ ਐਵੇਂ ਵਿਚਾਰ ਕੀਤੀ। ਨਾਮ ਕੀਰਤਨ ਬਿਥਰੋ ਜਬ ਹੀ, ਜਗਤ ਦੇ ਕਾਰਨ ਪਰਮਾਤਮਾ ਨੇ ਵਿਚਾਰ ਕਰਕੇ ਬੋਲਿਆ ਕਿ ਧਰਤੀ ਨੂੰ ਕਿਹਾ ਕਿ ਹੇ ਧਰਤੀ, ਜਦੋਂ ਹੁਣ ਅਸੀਂ ਆਪ ਆ ਕੇ ਅਸਾਂ ਨਾਮ ਜਿਹੜਾ ਸੱਚਾ ਨਾਮ ਹੈ ਤੇ ਜਿਹੜਾ ਕੀਰਤਨ ਹੈ, ਕੀਰਤੀ ਵਡਿਆਈ, ਇਹਦਾ ਵਿਸਥਾਰ ਫੈਲਾਓ ਕਰਾਂਗੇ। ਤੁਝ ਅਵਲੰਬ ਹੋਏ ਹੈ ਤਬ ਹੀ, ਤੈਨੂੰ ਜਿਹੜਾ ਆਸਰਾ ਹੈ ਤੇਰੇ ਟਿਕਾਉ ਦਾ ਫੇਰ ਹੀ ਹੋਵੇਗਾ। ਜਾਂ ਤੇ ਪ੍ਰਗਟਾਵੋ ਜਗ ਆਏ, ਇਸ ਵਾਸਤੇ ਹੁਣ ਮੈਂ ਆਪ ਹੀ ਜਿਹੜਾ ਹੈ ਪ੍ਰਗਟ ਹੋ ਕੇ ਤੇ ਜਗਤ ਵਿੱਚ ਆ ਕੇ ਨਾਮ ਦੀ ਮਹਿਮਾ, ਕੀਰਤਨ ਦੀ ਮਹਿਮਾ ਪ੍ਰਗਟ ਕਰਾਂਗਾ। ਮੋਹ ਬਿਨ ਹੋਤ ਨਾ ਆਨ ਉਪਾਏ, ਇਹ ਮੇਰੇ ਬਿਨਾ ਭਾਵ ਸਾਡੇ ਬਿਨਾ ਹੁਣੇ ਜਿਹੜਾ ਕੋਈ ਉਪਾਅ ਹੋਰ ਨਹੀਂ ਹੈ। ਜਿੰਨੇ ਵੀ ਪਹਿਲਾਂ ਭੇਜੇ ਉਹ ਆਪੋ ਆਪਣਾ ਨਾਮ ਜਪਾਉਣ ਲੱਗ ਪਏ ਤੇ ਕਹਿਣ ਲੱਗੇ ਕਿ ਤੇ ਕਹਿ ਕਰੋ ਹਮਾਰੀ ਪੂਜਾ, ਹਮ ਬਿਨ ਅਵਰਨ ਠਾਕੁਰ ਦੂਜਾ, ਸਾਡੇ ਬਿਨਾ ਕੋਈ ਮਾਲਕ ਨਹੀਂ ਹੈ। ਇਸ ਕਰਕੇ ਹੁਣ ਅਸੀਂ ਆਪ ਹੀ ਆਵਾਂਗੇ ਤੇ ਜਿਹੜਾ ਪ੍ਰਗਟ ਹੋ ਕਰਕੇ ਨਾਮ ਤੇ ਮਹਿਮਾ ਦਾ ਤੈਨੂੰ ਸਹਾਰਾ ਦਿਆਂਗੇ। ਸਾਡੇ ਬਿਨਾ ਕੋਈ ਹੋਰ ਦੂਸਰਾ ਆਸਰਾ ਨਹੀਂ ਹੈ। ਧਰਮ ਧਾਮ ਧਰ ਧੀਰਜ ਦੀਨਾ, ਐਵੇਂ ਜੋ ਧਰਮ ਦਾ ਘਰ ਹੈ ਉਸ ਪਰਮੇਸ਼ਰ ਨੇ ਧਰਤੀ ਨੂੰ ਐਵੇਂ ਧੀਰਜ ਦੇ ਕੇ ਪਾਏ ਅਲੰਬ ਹੋਏ ਦੁਖ ਸੀਨੋ, ਧੀਰਜ ਦਿੱਤਾ ਕਿ ਅਸੀਂ ਤੁਸੀਂ ਜਿਹੜਾ ਹੈ ਸਾਡਾ ਆਸਰਾ ਪਾ ਕੇ ਆ ਜਿਹੜਾ ਦੁੱਖ ਇਹ ਨਾਸ ਹੋ ਜਾਵੇਗਾ। ਸੁਣ ਕਰ ਗਿਰਾਤ ਗਗਨ ਕੀ ਸ਼ੋਨੀ, ਸੁਣ ਕਰਕੇ ਜਿਹੜੀ ਆਕਾਸ਼ਬਾਣੀ ਹੈ ਗਗਨ ਗਿਰਾ ਗਗਨ ਭਾਵ ਜੋ ਆਕਾਸ਼ਬਾਣੀ ਹੈ ਇਸ ਨੂੰ ਸ਼ੋਨੀ ਕਹੀ ਧਰਤੀ ਨੇ ਸੁਣ ਕਰਕੇ। ਔਰ ਕਰ ਪਰਮ ਹਰਖ ਮੁਖ ਮੋਨੀ, ਹਿਰਦੇ 'ਚ ਬਹੁਤ ਖੁਸ਼ ਹੋਈ ਹੈ ਤੇ ਮੁਖ ਤੋਂ ਆ ਚੁੱਪ ਕਰ ਗਈ, ਸ਼ਾਂਤ ਹੋ ਗਈ ਹੈ। ਜਗ ਮਹਿ ਰਗਵਰ ਕੁਲ ਅਕਲੰਕਾ, ਇਸ ਤਰ੍ਹਾਂ ਪਰਮੇਸ਼ਰ ਨੇ ਇਵੇਂ ਦੇਖ ਰਹੇ ਹੈ, ਵਿਚਾਰ ਕਰ ਰਹੇ ਹੈ ਕਿ ਜਗਤ ਵਿੱਚ ਐਸਾ ਕਿਹੜਾ ਜਿਹੜਾ ਹੁਣ ਕੁਲ ਹੈ ਵੀ ਜਿਹੜਾ ਕਲੰਕ ਤੋਂ ਰਹਿਤ ਹੈ। ਤੇ ਉਹ ਦੇਖਿਆ ਹੈ ਕਿ ਜਗਤ ਵਿੱਚ ਜੋ ਸ਼੍ਰੀ ਰਾਮ ਚੰਦਰ ਭਗਵਾਨ ਹੈ ਉਹਨਾਂ ਦਾ ਜਿਹੜਾ ਕੁਲ ਹੈ ਉਹ ਇਸ ਵਕਤ ਆ ਕਲੰਕ ਤੋਂ ਰਹਿਤ ਹੈ। ਪ੍ਰਗਟੇ ਬੇਦੀ ਕੁਮਦ ਕੁਮੁਦ ਮਯੰਕਾ, ਐਵੇਂ ਚੰਦਰਮਾ ਵੱਤ ਜੋ ਕਵੀਆਂ ਰੂਪ ਹੋ ਕੇ
ਇਵੇਂ ਸਤਿਗੁਰੂ ਨਾਨਕ ਸਾਹਿਬ ਜੀ ਆ ਬੇਦੀ ਕੁਲ ਵਿੱਚ ਫਿਰ ਪ੍ਰਗਟੇ ਆ ਪ੍ਰਕਾਸ਼ ਹੋਏ। ਏਕ ਓੰਕਾਰ ਧਾਰ ਨਿਜ ਰੂਪਾ। ਇਵੇਂ ਇੱਕ ਓੰਕਾਰ ਜੋ ਆਪ ਪਰਮੇਸ਼ਰ ਹੈ ਆਪਣਾ ਇਵੇਂ ਸਰੂਪ ਧਾਰ ਕੇ ਪ੍ਰਗਟੇ ਸਤਿਗੁਰ ਰੂਪ ਅਨੂਪਾ। ਇਵੇਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਐਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਅਨੂਪਮ ਸਰੂਪ ਵਾਲੇ ਅਨੋਖੇ ਬੜੇ ਸੁੰਦਰ ਸਰੂਪ ਵਾਲੇ ਸਤਿਗੁਰੂ ਨਾਨਕ ਸਾਹਿਬ ਜੀ ਪ੍ਰਗਟੇ ਤੇ ਜੋ ਗੁਰਬਾਣੀ ਦਾ ਆਧਾਰ ਹੈ ਕਿ ਗੁਰੂ ਨਾਨਕ ਦੇਵ ਗੋਬਿੰਦ ਰੂਪ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਸ ਦੇ ਆਧਾਰ ਤੇ ਇਹ ਸਾਰੀ ਕਥਾ ਹੈ। ਤੇ ਕਈ ਲੋਕ ਜਿਹੜੇ ਵਿਦਵਾਨ ਹੈ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਜੀ ਉਹਦੇ ਦਾਸ ਸਨ, ਪਰਮੇਸ਼ਰ ਤੇ ਕੋਈ ਹੋਰ ਹੈ। ਤੇ ਇੱਥੇ ਵੇਖ ਲਓ ਆ ਹੀ ਗਿਆ ਕਿ ਪਰਮੇਸ਼ਰ ਨੇ ਆਪ ਧਰਤੀ ਨੂੰ ਕਿਹਾ ਇਸ ਗੱਲ ਨੂੰ ਕਿ ਜਿੰਨੇ ਵੀ ਪਹਿਲਾਂ ਭੇਜੇ ਉਹਨਾਂ ਆਪੋ ਆਪਣਾ ਨਾਮ ਜਪਾਇਆ ਹੈ, ਹੁਣ ਅਸੀਂ ਆਪ ਜਿਹੜਾ ਆਪਣਾ ਸਰੂਪ ਧਾਰਨ ਕਰਕੇ ਆਵਾਂਗੇ ਤੇ ਤੈਨੂੰ ਨਾਮ ਦੀ ਤੇ ਕੀਰਤਨ ਵਡਿਆਈ ਦੇ ਕੇ ਤੈਨੂੰ ਆਸਰਾ ਦੇਵਾਂਗੇ। ਇੱਥੇ ਉਹ ਕਥਾ ਆ ਰਹੀ ਹੈ ਜਿਵੇਂ ਪਰਮੇਸ਼ਰ ਦੀ ਧਰਤੀ ਨਾਲ ਵਿਚਾਰ ਹੋਈ, ਧਰਤੀ ਨੇ ਜਿਵੇਂ ਪੁਕਾਰ ਕੀਤੀ ਹੈ ਤੇ ਏਕ ਓੰਕਾਰ ਧਾਰ ਨਿਜ ਰੂਪਾ। ਇੱਕ ਓੰਕਾਰ ਪਰਮੇਸ਼ਰ ਨੇ ਆਪਣਾ ਸਰੂਪ ਧਾਰ ਕੇ ਪ੍ਰਗਟੇ ਸਤਿਗੁਰ ਰੂਪ ਅਨੂਪਾ। ਆ ਸੁੰਦਰ ਸਰੂਪ ਵਾਲੇ ਸਤਿਗੁਰੂ ਨਾਨਕ ਸਾਹਿਬ ਜੀ ਬੇਦੀ ਕੁਲ ਵਿੱਚ ਪ੍ਰਗਟੇ। ਦੋਹਰਾ ਨਿਸ ਕੁਚਾਲ ਕਲ ਕਾਲ ਤਮ। ਇਵੇਂ ਜਿਹੜਾ ਖੋਟਾ ਚਾਲ ਸੀ ਉਸ ਵਕਤ, ਜਿਹੜੀਆਂ ਖੋਟੀਆਂ ਚਾਲਾਂ ਭੈੜੀਆਂ ਰਸਮਾਂ, ਕੋਈ ਗਧੇ ਨੂੰ ਮੰਨੀ ਜਾਂਦਾ ਸੀ, ਕੋਈ ਮਾਤਾ ਰਾਣੀ ਨੂੰ ਮੰਨੀ ਜਾਂਦਾ ਸੀ, ਕੋਈ ਭੈਰੋਂ ਦੀ ਪੂਜਾ, ਕੋਈ ਖੇਤਰਫਲ ਦੀ ਪੂਜਾ। ਇਹ ਜਿਹੜਾ ਖੋਟਾ ਤਾਂ ਚਾਲ ਸੀ, ਭੈੜੀਆਂ ਰਸਮਾਂ, ਇਹ ਤੇ ਮਾਨੋ ਰਾਤ ਹੈ। ਕਲ ਕਾਲ ਤਮ ਜਿਹੜਾ ਕਲਯੁਗ ਦਾ ਸਮਾਂ ਸੀ ਇਹ ਹਨੇਰਾ ਸੀ। ਉਡਗਨ ਦੰਭ ਸਮਾਜ। ਸਮਾਜ ਵਿੱਚ ਜਿਹੜਾ ਪਖੰਡ ਨੂੰ ਧਾਰਨ ਕਰਨ ਵਾਲੇ ਪਖੰਡੀ ਲੋਕ ਇਕੱਠੇ ਹੋਏ ਸੀ, ਮਾਨੋ ਇਹ ਤੇ ਤਾਰੇ ਸਨ। ਭਏ ਕਮੁਦ ਸੇ ਅਨਕ ਮਤ ਜਿਹੜੇ ਅਨੇਕਾਂ ਮਤ ਸੀ, ਮਾਨੋ ਇਹ ਤੇ ਕਵੀਆਂ ਰੂਪ ਹੋ ਕੇ ਖਿੜ ਰਹੇ ਸਨ, ਜਿਹੜੇ ਰਾਤ ਦੇ ਕਵਲ ਫੁੱਲ ਹੈ। ਇੰਦ ਮੁਹੰਮਦ ਰਾਜ। ਮੁਹੰਮਦ ਸਾਹਿਬ ਦਾ ਜਿਹੜਾ ਰਾਜ ਵੱਧ ਰਿਹਾ ਸੀ, ਮਲੇਛੀ ਰਾਜ, ਤੇ ਉਹ ਮਾਨੋ ਕਿ ਆ ਚੰਦਰਮਾ ਸੀ। ਚੌਬਈ ਤਿਨ ਕੋ ਹਰਨ ਬਾਲ ਦਿਨ ਰਾਉ। ਤੇ ਉਸ ਨੂੰ ਹਰਨ ਵਾਸਤੇ ਆ ਬਾਲਕ ਰੂਪ ਹੋ ਕੇ ਜਿਹੜੇ ਸੂਰਜਵਤ ਹੋ ਕੇ ਦਿਨ ਰਾਉ, ਦਿਨ ਦਾ ਰਾਜਾ ਸੂਰਜ, ਇਵੇਂ ਇਸ ਹਨੇਰੇ ਨੂੰ ਨਾਸ ਕਰਨ ਵਾਸਤੇ। ਉਦੇ ਸੋ ਨਾਨਕ ਤੇਜ ਪ੍ਰਭਾਉ। ਕਿ ਆ ਜਿਹੜੇ ਭੈੜੀਆਂ ਰਸਮਾਂ ਰਾਤ ਸਨ, ਕਲਯੁਗ ਦਾ ਸਮਾਂ ਹਨੇਰਾ ਸੀ, ਪਖੰਡ ਜਿਹੜੇ ਤਾਰੇ ਸਨ, ਤੇ ਜਿਹੜੇ ਅਨੇਕਾਂ ਮਤ, ਅਨੇਕਾਂ ਜਿਹੜੇ ਧਰਮ ਚੱਲੇ ਹੋਏ ਸੀ, ਆਪੋ ਆਪਣੇ ਪੰਥ, ਇਹ ਮਾਨੋ ਕਵੀਆਂ ਹੋ ਰਹੇ ਸੀ। ਤੇ ਜਿਹੜਾ ਮੁਹੰਮਦ ਸਾਹਿਬ ਦਾ ਰਾਜ ਸੀ ਉਹ ਮਾਨੋ ਚੰਦਰਮਾ ਸੀ। ਜਿਵੇਂ ਸੂਰਜ ਚੜੇ ਤੇ ਤਾਰੇ ਨਹੀਂ ਲੱਭਦੇ, ਤੇ ਆ ਕਵੀਆਂ ਨੂੰ ਜਿਹੜਿਆ ਉਹ ਮੂੰਦੀਆਂ ਜਾਂਦੀਆਂ, ਰਾਤ ਖਤਮ ਹੋ ਜਾਂਦੀ, ਹਨੇਰਾ ਖਤਮ ਹੋ ਜਾਂਦਾ ਸੂਰਜ ਚੜ੍ਹਨ ਤੇ। ਐਵੇਂ ਉਸ ਮੁਹੰਮਦ ਸਾਹਿਬ ਰਾਜਾ ਜਿਹੜਾ ਰਾਜ ਉਹਦਾ ਹੋ ਰਿਹਾ, ਚੰਦਰਮਾ ਪ੍ਰਕਾਸ਼ ਹੋਇਆ ਪਿਆ ਸੀ। ਇਨ ਸਭ ਨੂੰ ਨਾਸ ਕਰਨ ਵਾਸਤੇ ਸੂਰਜ ਜਿਹੜੇ ਆ ਸੂਰਜਵਤ ਸ੍ਰੀ ਗੁਰੂ ਨਾਨਕ ਸਾਹਿਬ ਹੋਏ, ਤੇ ਇਸ ਨੂੰ ਹਰਨ ਵਾਸਤੇ ਬੜੇ ਤੇਜ ਪ੍ਰਭਾਵ ਵਾਲੇ ਗੁਰੂ ਨਾਨਕ ਸਾਹਿਬ ਜੀ ਉਹਦੇ ਆ ਪ੍ਰਕਾਸ਼ਿਤ ਹੋਏ ਸੂਰਜ ਵਾਂਗ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਜਿਵੇਂ ਸੂਰਜ ਨਿਕਲਦਾ ਹੈ ਤੇ ਤਾਰੇ ਛਪ ਜਾਂਦੇ, ਅੰਧੇਰ ਵੀ ਭੱਜ ਜਾਂਦਾ ਹੈ, ਇਵੇਂ ਸਤਿਗੁਰੂ ਨਾਨਕ ਸਾਹਿਬ ਜੀ ਸੂਰਜ ਵਾਂਗ ਪ੍ਰਗਟ ਹੋਏ।
ਸਿੰਘ ਬੁੱਕੇ ਮਿਰਗਾਵਲੀ। ਜਿਵੇਂ ਸ਼ੇਰ ਜਿਹੜਾ ਬੁੱਕਦਾ ਹੈ ਹਿਰਨਾਂ ਦੀਆਂ ਪੰਕਤੀਆਂ ਡਾਰਾਂ ਵਿੱਚ, ਭੰਨੀ ਜਾਏ ਨਾ ਧੀਰ ਧਰੋਆ, ਅਤੇ ਉਹ ਧੀਰਜ ਨਹੀਂ ਰੱਖਦੇ ਹਿਰਨ, ਉਹ ਇੱਕ ਦੂਜੇ ਵਿੱਚ ਵੱਜ ਕੇ ਡਿੱਗਦੇ ਹੈ। ਇਵੇਂ ਜਿਹੜੇ ਦੰਭੀ ਪਖੰਡੀ ਅਨੇਕਾਂ ਮੱਤ ਦੇ ਆ ਪਾਪੀ ਲੋਕ ਇਕੱਠੇ ਹੋਏ ਸੀ, ਇਹਨਾਂ ਸਾਰਿਆਂ ਨੂੰ ਮਾਤ ਪੈ ਗਈ। ਦੰਭੀ ਪਖੰਡੀ ਆਪਣਾ ਪ੍ਰਚਾਰ ਕਰਨ ਵਾਲੇ ਤਾਰਿਆਂ ਵਾਂਗ ਛਿਪ ਗਏ ਸਨ। ਬਚਨ ਕਿਰਨ ਜਾ ਮਹਿ ਪ੍ਰਕਾਸ਼ੇ। ਜਿਸ ਗੁਰੂ ਨਾਨਕ ਸਾਹਿਬ ਸੂਰਜ ਰੂਪ ਵਿੱਚ ਜੋ ਆਏ ਹੈ, ਮਾਨੋ ਇਸ ਸੂਰਜ ਵਿੱਚ ਜਿਹੜੇ ਬਚਨ ਹੈ ਉਹ ਕਿਰਨਾਂ ਪ੍ਰਕਾਸ਼ ਰਹੀਆਂ ਹਨ। ਸੰਤ ਤਾਮ ਰਸ ਹੇਰ ਵਿਕਾਸ਼ੇ। ਸੰਤ ਤਾਮ ਰਸ ਹੇਰ ਵਿਕਾਸੇ। ਜਿਹੜੇ ਸੰਤ ਹੈ ਉਹ ਤੇ ਮਾਨੋ ਗੁਰੂ ਰੂਪੀ ਸੂਰਜ ਨੂੰ ਆ ਕਵਲ ਵਾਂਗ ਹੋ ਕੇ ਆ ਖਿੜ ਗਏ। ਜਿਵੇਂ ਸੂਰਜ ਨੂੰ ਵੇਖ ਕੇ ਕਵਲ ਫੁੱਲ ਖਿੜ ਜਾਂਦੇ ਹੈ, ਸੰਤ ਮਾਨੋ ਕਵਲ ਹੈ ਤੇ ਗੁਰੂ ਸੂਰਜ ਹੈ, ਵੇਖ ਕੇ ਆ ਖਿੜ ਗਏ। ਦੰਭੀ ਸਮ ਉਲੂਕ ਦੁਖ ਭਾਰੀ। ਉਲੂਕ ਜਿਹੜੇ ਦੰਭੀ ਪਖੰਡੀ ਸਨ, ਉੱਲੂਆਂ ਸਮਾਨ, ਉਹਨਾਂ ਨੂੰ ਬੜਾ ਦੁੱਖ ਭਾਰੀ ਹੋਇਆ। ਜਿਵੇਂ ਉੱਲੂ ਨੂੰ ਸੂਰਜ ਚੜ੍ਹੇ ਤੇ ਦੁੱਖ ਹੁੰਦਾ ਦਿਖਦਾ ਨਹੀਂ ਹੈ, ਐਵੇਂ ਦੰਭੀ ਪਖੰਡੀਆਂ ਨੂੰ ਬੜਾ ਦੁੱਖ ਹੋਇਆ। ਕਿੰਕਰ ਕੋਕ ਪਏ ਸੁਖਿਆਰੀ। ਜਿਹੜੇ ਕਿੰਕਰ ਸਨ ਚੱਕਵਿਆਂ ਦੀ ਨਿਆਈ, ਜਿਵੇਂ ਚੱਕਵੇ ਖੁਸ਼ ਹੁੰਦੇ ਸੂਰਜ ਚੜ੍ਹੇ ਤੇ ਚੱਕਵੀ ਚੱਕਵਾ ਉਹਨਾਂ ਦਾ ਮੇਲ ਹੁੰਦਾ ਹੈ, ਐਵੇਂ ਮਾਨੋ ਜਿਹੜੇ ਕਿੰਕਰ ਦਾਸ ਸੇਵਕ ਸਿੱਖ ਹੈ ਉਹ ਤੇ ਸਤਿਗੁਰੂ ਜੀ ਦੇ ਪ੍ਰਗਟ ਹੋਣੇ ਕਰਕੇ ਚੱਕਵਿਆਂ ਵਾਂਗ ਬੜੇ ਸੁੱਖ ਵਾਲੇ ਹੋ ਗਏ। ਆਤਪ ਭਗਤ ਜਗਤ ਪ੍ਰਕਾਸ਼ੀ। ਗੁਰੂ ਰੂਪੀ ਸੂਰਜ ਦੀ ਜਗਤ ਵਿੱਚ ਆ ਜਿਹੜੀ ਹੈ ਭਗਤੀ ਰੂਪੀ ਧੁੱਪ ਪ੍ਰਕਾਸ਼ ਹੋ ਗਈ। ਨੀਂਦ ਅਵਿਦਿਆ ਸਿਖਨ ਨਾਸ਼ੀ। ਅਵਿਦਿਆ ਜਿਹੜੀ ਜਿਵੇਂ ਸੂਰਜ ਚੜ੍ਹੇ ਤੇ ਸਾਧ ਸੰਗਤ ਜੀ ਨੀਂਦ ਨਾਸ ਕਰ ਦਿੰਦਾ ਮਨੁੱਖ, ਐਵੇਂ ਸਿੱਖਾਂ ਦੀ ਜਿਹੜੀ ਅਵਿਦਿਆ ਰੂਪੀ ਨੀਂਦ ਸੀ, ਬੇਸਮਝੀ ਅਗਿਆਨ ਰੂਪੀ ਨੀਂਦ ਸੀ, ਉਹ ਗੁਰੂ ਰੂਪੀ ਸੂਰਜ ਚੜ੍ਹਨੇ ਕਰਕੇ ਨਾਸ ਹੋ ਗਈ, ਖਤਮ ਹੋ ਗਈ। ਗਿਆਨ ਨਾਮ ਮਹਿ ਨਰਬਰ ਜਾਗੇ। ਜਿਹੜੇ ਸ੍ਰੇਸ਼ਟ ਪੁਰਸ਼ ਸਨ ਕਮਾਈ ਵਾਲੇ, ਉਹ ਤੇ ਗਿਆਨ ਵਿੱਚ ਇਸੇ ਤਰ੍ਹਾਂ ਨਾਮ ਦੀ ਮਹਿਮਾ ਵਿੱਚ ਜਾਗ ਉੱਠੇ। ਕਲ ਮਲ ਸੁਪਨਾ ਜਿਉ ਮਨ ਤਿਆਗੇ। ਜਿਵੇਂ ਦਿਨ ਚੜ੍ਹੇ ਤੇ ਜਾਂ ਸੁਪਨਾ ਆ ਜਿਵੇਂ ਛੱਡ ਦਈਦਾ ਜਾਗਣ ਕਰਕੇ, ਸੁਪਨਾ ਛੱਡ ਦਿੱਤਾ ਜਾਂਦਾ, ਮਨ ਤਿਆਗ ਦਿੰਦਾ ਸੁਪਨੇ ਨੂੰ, ਐਵੇਂ ਮਾਨੋ ਕਿ ਜਿਹੜਾ ਆ ਕਲਮਲ ਪਾਪ ਹੈ ਸੁਪਨੇ ਦੀ ਨਿਆਈ, ਤੇ ਉਹ ਗੁਰਸਿੱਖਾਂ ਦੇ ਸ੍ਰੇਸ਼ਟ ਪੁਰਸ਼ਾਂ ਦੇ ਗਿਆਨ ਤੇ ਨਾਮ ਵਿੱਚ ਮਨ ਜਾਗ ਗਏ, ਜਿਸ ਕਰਕੇ ਆ ਪਾਪ ਜਿਹੜੇ ਹੈ ਇਹ ਪਾਪਾਂ ਰੂਪੀ ਸੁਪਨਾ ਉਹਨਾਂ ਮਨੋਂ ਤਿਆਗ ਦਿੱਤਾ, ਛੱਡ ਦਿੱਤਾ। ਧਰਮ ਧਰਤ ਧੀਰਜ ਕੇ ਹੇਤਾ। ਐਵੇਂ ਧਰਮ ਦੇ ਵਾਸਤੇ ਤੇ ਧੀਰਜ ਦੇ ਧਰਤੀ ਦੇ ਧੀਰਜ ਵਾਸਤੇ ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ। ਐਵੇਂ ਸ਼੍ਰੋਮਣੀ ਜੋ ਬੇਦੀ ਕੁਲ ਹੈ ਉਹਦੇ ਬੇਦੀ ਕੁਲ ਦੇ ਕੀਤਾ ਕਹੀਏ ਜੋ ਨਿਸ਼ਾਨ ਹੈ, ਧੁਜਾ ਰੂਪ ਸਤਿਗੁਰੂ ਨਾਨਕ ਸਾਹਿਬ ਜੀ ਐਵੇਂ ਸੰਸਾਰ ਵਿੱਚ ਪ੍ਰਗਟੇ, ਅਵਤਾਰ ਧਾਰਨ ਕੀਤਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸ੍ਰੀ ਬਾਲਾ ਸੰਦਰਵਾਚ। ਇਸ ਤਰ੍ਹਾਂ ਸ਼੍ਰੋਮਣੀ ਸੋਭਾ ਵਾਲੇ ਭਾਈ ਬਾਲਾ ਜੀ ਜੋ ਸੰਧੂਆਂ ਦੀ ਗੋਦ ਵਿੱਚੋਂ ਹੈ, ਉਹ ਆਵਾਜ਼ ਅੱਗੇ ਕਥਾ ਕਥਨ ਕਰ ਰਹੇ ਹਨ। ਦੋਹਰਾ ਕਾਰਨ ਗੁਰ ਅਵਤਾਰ ਕੋ। ਐਵੇਂ ਸਾਧ ਸੰਗਤ ਜੀ ਜਿਹੜੀ ਆਪਾਂ ਹੁਣੇ ਕਥਾ ਸਮਾਪਤੀ ਕੀਤੀ ਹੈ ਕਿ ਗੁਰੂ ਜੀ ਪ੍ਰਗਟ ਹੋਏ, ਇਹ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਪਹਿਲੇ ਦਿਨ ਇਹ ਕਥਾ ਸੁਣਾਈ ਸੀ। ਦੂਸਰੇ ਦਿਨ ਜਿਵੇਂ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਕਥਾ ਸੁਣਾਈ ਹੈ, ਸਰਵਣ ਕਰਾਈ ਹੈ, ਉਸੇ ਤਰ੍ਹਾਂ ਹੀ ਹੁਣ ਆਪਾਂ ਇੱਥੇ ਸਰਵਣ ਕਰ ਰਹੇ ਹਾਂ। ਦੂਸਰੇ ਦਿਨ ਜਿਵੇਂ ਕਥਾ ਹੋਈ ਸਰਵਣ ਕਰੋ ਜੀ। ਮੈਂ ਕਾਰਨ ਗੁਰ ਅਵਤਾਰ ਕੋ। ਭਾਈ ਬਾਲਾ ਜੀ ਨੇ ਕਿਹਾ ਕਿ ਇਹ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਅਕਾਲ ਪੁਰਖ ਵਤ ਗੁਰੂ ਮਹਾਰਾਜ, ਮੈਂ ਐਵੇਂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜਗਤ ਵਿੱਚ ਆਉਣ ਦਾ
ਕਾਰਨ ਕੀ ਸੀ, ਕਿਉਂ ਅਵਤਾਰ ਧਾਰਨ ਕੀਤਾ, ਉਸ ਨੂੰ ਮੈਂ ਬਰਨਿਓ ਚਿਤ ਲਾਏ। ਵੀ ਗੁਰੂ ਜੀ ਦਾ ਅਵਤਾਰ ਧਾਰਨ ਕਰਨ ਦਾ ਕੀ ਜਿਹੜਾ ਮਨੋਰਥ ਸੀ, ਕੀ ਕਾਰਨ ਸੀ, ਉਹ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੂੰ ਚਿੱਤ ਲਾ ਕੇ, ਚਿੱਤ ਦੀ ਬਿਰਤੀ ਇੱਕ ਮਨ ਕਰਕੇ ਆਪ ਜੀ ਨੂੰ ਉਹ ਵਰਣਨ ਕੀਤਾ, ਸੁਣਾਇਆ ਹੈ। ਸੁਨਹੁ ਜਨਮ ਕੀ ਅਬ ਕਥਾ। ਹੁਣ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਅਵਤਾਰ ਸਮੇਂ ਦੀ ਕਥਾ ਹੈ, ਐ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਜੀ ਸੁਣੋ। ਸ੍ਰੀ ਅੰਗਦ ਸੁਖਦਾਏ। ਜੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਹੈ, ਆ ਬੜੇ ਸੰਸਾਰ ਦੇ ਉੱਤੇ ਬ੍ਰਹਿਮੰਡਾਂ ਵਿੱਚ ਸੁਖ ਦੇਣ ਵਾਲੇ ਹਨ। ਜੋ ਪਈ ਬਾਰ ਦੇਸ਼ ਸਭ ਦੇਸ਼ ਨਰੇਸ਼ੂ। ਐਵੇਂ ਹੁਣ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਨਗਰ ਹੈ, ਰਾਏ ਭੋਏ ਦੀ ਤਲਵੰਡੀ, ਜਿੱਥੇ ਗੁਰੂ ਜੀ ਦਾ ਅਵਤਾਰ ਹੋਇਆ ਹੈ, ਨਨਕਾਣਾ ਸਾਹਿਬ, ਉਸ ਇਲਾਕੇ ਦੀ ਜਿਹੜੀ ਹੈ ਸ਼ੋਭਾ ਕਰਦੇ ਹੋਏ ਇੱਥੇ ਦੱਸ ਰਹੇ, ਇੱਥੇ ਬਾਰ ਦੇਸ਼ ਦਾ ਜਿਹੜਾ ਸਰੂਪ ਦੱਸ ਰਹੇ, ਉੱਥੋਂ ਦੀ ਸ਼ੋਭਾ ਕਿ ਇਹ ਮਹਾਰਾਜ ਬਾਰ ਦੇਸ਼ ਸਭ ਦੇਸ਼ ਨਰੇਸ਼ੂ, ਜਿਹੜਾ ਬਾਰ ਦੇਸ਼ ਹੈ, ਇਹ ਨਨਕਾਣਾ ਸਾਹਿਬ ਦਾ ਜਿਹੜਾ ਇਰਦ ਗਿਰਦ ਦਾ ਇਲਾਕਾ, ਇਹਨੂੰ ਬਾਰ ਦੇਸ਼ ਕਿਹਾ ਜਾਂਦਾ ਹੈ। ਜਾਂ ਬਾਰ ਦੇਸ਼ ਝਨਾਰ ਨਦੀ ਤੇ ਰਾਵੀ ਨਦੀ ਦੇ ਵਿਚਕਾਰ ਦਾ ਜਿਹੜਾ ਇਲਾਕਾ, ਉਹਨੂੰ ਬਾਰ ਦੇਸ਼ ਕਿਹਾ ਜਾਂਦਾ ਹੈ। ਭਾਈ ਬਾਲਾ ਜੀ ਕਹਿ ਰਹੇ, ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦਾ ਜਿੱਥੇ ਅਵਤਾਰ ਹੋਇਆ ਹੈ, ਉਹ ਜਿਹੜਾ ਬਾਰ ਦੇਸ਼ ਹੈ, ਮਾਨੋ ਕਿ ਉਹ ਸਾਰੇ ਦੇਸ਼ਾਂ ਦਾ ਆ ਰਾਜਾ ਹੈ। ਗ੍ਰਾਮ ਪ੍ਰਜਾ ਕੇ ਹਰਤ ਕਲੇਸ਼ੂ। ਜਿਵੇਂ ਰਾਜੇ ਦੀ ਪ੍ਰਜਾ ਹੁੰਦੀ ਹੈ ਤੇ ਉਹ ਰਾਜਾ ਆਪਣੀ ਪ੍ਰਜਾ ਦੇ ਜਿਹੜੇ ਦੁੱਖ ਕਲੇਸ਼ ਨਾਸ ਕਰਦਾ ਹੈ, ਇਵੇਂ ਮਾਨੋ ਕਿ ਜਿਹੜਾ ਬਾਰ ਦੇਸ਼ ਹੈ, ਗੁਰੂ ਸਾਹਿਬ ਜੀ ਜਿੱਥੇ ਅਵਤਾਰ ਧਾਰਨ ਕੀਤਾ, ਉਹ ਇਲਾਕਾ, ਉਹ ਮਾਨੋ ਸਾਰਿਆਂ ਦੇਸ਼ਾਂ ਦਾ ਰਾਜਾ ਹੈ। ਤੇ ਜਿਹੜੇ ਗ੍ਰਾਮਾਂ ਰੂਪੀ ਪ੍ਰਜਾ, ਭਾਵ ਨਗਰਾਂ ਪਿੰਡਾਂ ਰੂਪੀ ਪ੍ਰਜਾ ਹੈ, ਤੇ ਉਹਦੇ ਸਾਰੇ ਆ ਕਲੇਸ਼ ਦੁੱਖ ਨਾਸ ਕਰਦਾ ਹੈ। ਐਰਾਵਤੀ ਏਕ ਦਿਸ਼ ਬਾਰੀ। ਫਿਰ ਬਾਰ ਦੇਸ਼ ਐਸਾ ਹੈ ਕਿ ਐਰਾਵਤੀ ਜਿਹੜੀ ਰਾਵੀ ਨਦੀ ਹੈ, ਇਹਦੇ ਇਰਦ ਗਿਰਦ ਹਾਥੀ ਬੜੇ ਜਿਹੜੇ ਰਹਿੰਦੇ ਸੀ, ਜਿਹਦੇ ਕਰਕੇ ਇਹਦਾ ਨਾਮ ਐਰਾਵਤੀ ਪੈ ਗਿਆ। ਤੇ ਉਹਦੇ ਵਿੱਚ ਹੁਣ ਛੋਟਾ ਨਾਮ ਕਰਕੇ ਸਿੱਧਾ ਰਾਵੀ ਕਹਿ ਦਿੰਦੇ ਹੈ। ਇਹ ਸਤਿਗੁਰੂ ਜੀ ਉਸ ਬਾਰ ਦੇਸ਼ ਦੇ ਵਿੱਚ ਇੱਕ ਪਾਸੇ ਤੇ ਜਿਹੜੀ ਐਰਾਵਤੀ ਰਾਵੀ ਨਦੀ ਹੈ, ਉਹ ਬੜੀ ਜਿਹੜੀ ਹੈ ਵਗ ਰਹੀ ਹੈ, ਬੜਾ ਸੁੰਦਰ ਜਲ ਹੈ। ਉਹ ਇੱਕ ਦਿਸ਼ ਇੱਕ ਤਰਫ ਉਹ ਚੱਲ ਰਹੀ ਹੈ, ਬੜੇ ਪਾਣੀ ਭਰੇ ਨਾਲ, ਸੁੰਦਰ ਰੰਗ ਤਰੰਗ ਉਸ਼ਾਰੀ, ਜਿਸ ਦੇ ਵਿੱਚ ਬੜੀਆਂ ਸੁੰਦਰ ਸੁੰਦਰ ਬੜੇ ਰੰਗਾਂ ਦੀਆਂ ਤਰੰਗਾਂ ਉਛਲ ਰਹੀਆਂ ਹੈ। ਭਾਵ ਕਿ ਜਿਹੜੀਆਂ ਤਰੰਗਾਂ ਬੜੇ ਰੰਗਾਂ ਦੀਆਂ ਉਛਲ ਰਹੀਆਂ, ਜਿਵੇਂ ਸੂਰਜ ਵਿੱਚ ਪੈਂਦਾ ਉਜਲ ਪਾਣੀ ਜਦੋਂ ਰੰਗ ਬਰੰਗੀਆਂ ਤਰੰਗਾਂ ਹੁੰਦੀਆਂ, ਇਵੇਂ ਮਹਾਰਾਜ ਉਸ ਰਾਵੀ ਨਦੀ ਦੇ ਵਿੱਚ ਬੜੀਆਂ ਸੁੰਦਰ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਰੰਗੀਆਂ ਤਰੰਗਾਂ ਲਹਿਰਾਂ ਉਛਾਲੇ ਮਾਰ ਰਹੀਆਂ ਹਨ। ਸੋ ਬਰ ਬਿਜਨ ਹੋਤ ਹੈ ਤਾਂ ਪੈ। ਤੇ ਮਾਨੋ ਕਿ ਜਿਹੜੀਆਂ ਉਹ ਸੁੰਦਰ ਸੁੰਦਰ ਤਰੰਗਾਂ ਰੰਗ ਬਰੰਗੀਆਂ ਉਛਾਲੇ ਮਾਰ ਰਹੀਆਂ ਰਾਵੀ ਨਦੀ ਵਿੱਚ, ਇਹ ਜਿਹੜਾ ਬਾਰ ਦੇਸ਼ ਰੂਪੀ ਰਾਜਾ ਹੈ, ਉਸ ਦੇ ਉੱਪਰ ਇਹ ਬੜਾ ਸ੍ਰੇਸ਼ਟ ਮਾਨੋ ਕਿ ਇੱਕ ਪੱਖਾ ਹੀ ਜਿਹੜਾ ਹੋ ਰਿਹਾ, ਜਿਵੇਂ ਰਾਜੇ ਉੱਪਰ ਪੱਖਾ ਫੇਰੀਦਾ ਹੈ। ਨ੍ਰਿਪਤਾ ਕੋ ਲੱਛਣ ਸ਼ਬ ਥਾਪੈ। ਐਵੇਂ ਜਿਹੜੇ ਰਾਜੇ ਦੇ ਲੱਛਣ ਹੈ, ਜਿਵੇਂ ਉਹ ਤੇ ਛਵੀ ਥਾਪੀ ਜਾਂਦੀ, ਭਾਵ ਜਿਵੇਂ ਰਾਜੇ ਦੇ ਲੱਛਣ ਵਿਦਮਾਨ ਹੁੰਦੇ ਹੈ, ਇਵੇਂ ਰਾਜਿਆਂ ਦੇ ਲੱਛਣ ਵਾਂਗ ਇਹਦੀ ਛਵੀ ਥਾਪ ਰਹੇ ਹੈ, ਆ ਵਿਦਮਾਨ ਪ੍ਰਗਟ ਹੋ ਰਹੇ ਹਨ। ਚੰਦਰ ਭਗਾ ਦਿਸਤ ਤੀਯ ਸੁਹਾਈ। ਦੂਸਰੇ ਪਾਸੇ ਹੈ ਗੁਰੂ ਅੰਗਦ ਦੇਵ ਸਾਹਿਬ ਜੀ, ਉਸ ਬਾਰ ਦੇਸ਼ ਦੇ ਚੰਦਰ ਭਗਾ ਜਿਹੜੀ ਨਦੀ ਹੈ, ਉਹ ਬੜੀ ਸੋਭਨੀਕ ਹੋ ਰਹੀ, ਉਹ ਵਗ ਰਹੀ ਹੈ। ਚੰਦਰ ਭਗਾ ਕਹੇ ਜਿਹੜੀ ਚਨਾਬ ਹੈ, ਚਨਾਬ ਦਰਿਆ, ਤੇ ਚੰਦਰ ਦਾ ਅਰਥ ਹੈ ਚੰਦਰਮਾ, ਭਗਾ ਕਹੀਏ ਭੈਣ, ਜੋ ਚੰਦਰਮਾ ਦੀ ਭੈਣ ਸੀ ਚਨਾਬ।
ਤੇ ਉਹ ਝਨਾਬ ਹੁਣ ਸਿੱਧਾ ਹੀ ਲੋਕ ਕਹਿ ਦਿੰਦੇ ਝਨਾਹ। ਉਹ ਝਨਾਬ ਚੰਦਰਮਾ ਦੀ ਭੈਣ ਨੇ ਇਸ ਨਦੀ ਦੇ ਕਿਨਾਰੇ ਤਪ ਕੀਤਾ ਸੀ, ਜਿਹਦੇ ਕਰਕੇ ਉਹਦਾ ਨਾਂ ਪੈ ਗਿਆ ਝਨਾਬ ਜਾਂ ਚੰਦਰ ਭਗਾ। ਇਵੇਂ ਬਾਹਰ ਦੇਸ਼ ਦੇ ਇੱਕ ਪਾਸੇ ਤੇ ਰਾਵੀ ਨਦੀ ਵਹਿ ਰਹੀ ਹੈ ਤੇ ਇੱਕ ਪਾਸੇ ਜਿਹੜੀ ਚੰਦਰ ਭਗਾ ਨਦੀ ਹੈ, ਚੰਦਰਮਾ ਦੀ ਭੈਣ, ਉਹ ਨਦੀ ਦੂਸਰੀ ਤਰਫ ਬੜੀ ਸੋਭਨੀਕ ਹੋ ਕੇ ਬੜੇ ਉੱਜਲ ਜਾਲ ਨਾਲ ਵਗ ਰਹੀ ਹੈ। ਮਾਲ ਤਰੰਗਨ ਸਵੱਛ ਉਠਾਈ, ਜਿਸ ਵਿੱਚ ਸਵੱਛ ਬੜੀਆਂ ਉੱਜਲ ਚਿੱਟੇ ਜਲ ਵਾਲੀਆਂ ਜਿਹੜੀਆਂ ਲਹਿਰਾਂ ਹੈ, ਤਰੰਗਾਂ, ਉਹਦੀਆਂ ਪੰਕਤੀਆਂ ਬਣ ਬਣ ਕੇ ਉੱਠ ਰਹੀਆਂ, ਉਛਾਲੇ ਮਾਰ ਰਹੀਆਂ ਹਨ। ਤਾਂ ਪਰ ਹੋਤ ਚਮਰ ਸ਼ਬ ਭਾਰੀ, ਉਹ ਜਿਹੜੀਆਂ ਉੱਜਲ ਚਿੱਟੀਆਂ ਤਰੰਗਾਂ ਪੰਕਤੀਆਂ ਬਣ ਬਣ ਕੇ ਉੱਠ ਰਹੀਆਂ ਝਨਾਹ ਨਦੀ ਦੇ ਵਿੱਚ, ਮਾਨੋ ਕਿ ਉਹ ਜਿਹੜਾ ਬਾਰ ਦੇਸ਼ ਰਾਜਾ ਹੈ ਉਸ ਦੇ ਉੱਪਰ ਬੜੀ ਜਿਹੜੀ ਹੈ ਭਾਰੀ ਸੁੰਦਰਤਾ ਦਾ ਚੌਰ ਹੈ, ਚੌਰ ਦੀ ਛਵੀ ਹੈ, ਬੜੀ ਭਾਰੀ ਹੋ ਰਿਹਾ ਹੈ ਚੌਰ। ਮਹਿਮਾ ਮਹਾ ਜਨਾਵਨਕਾਰੀ, ਜਿਸ ਦੀ ਮਹਿਮਾ ਮਹਾਨ ਹੈ, ਜਨਾਉਣ ਵਾਲੀ ਹੈ, ਮਾਨਣ ਯੋਗ, ਵੇਖਣ ਯੋਗ ਹੈ। ਸਦਾ ਸੁਕਾਲ ਸਸਨ ਕੋ ਸਾਲੀ, ਇਹ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਜਿਹੜਾ ਬਾਰ ਦੇਸ਼ ਹੈ, ਸਤਿਗੁਰੂ ਮਹਾਰਾਜ ਦੇ ਪ੍ਰਗਟ ਸਥਾਨ ਵਾਲਾ ਇਲਾਕਾ, ਉਹ ਤੇ ਸਦਾ ਉੱਥੇ ਸੁਕਾਲ ਰਹਿੰਦਾ ਹੈ, ਭਾਵ ਸੋਹਣਾ ਸਮਾਂ ਰਹਿੰਦਾ, ਕਦੀ ਕਾਲ ਨਹੀਂ ਆਉਂਦਾ। ਇੱਕ ਤੇ ਹੁੰਦਾ ਨਾ ਜਿਵੇਂ ਮੱਧ ਪ੍ਰਦੇਸ਼ ਵਿੱਚ ਵੀ ਕਾਲ ਔੜ ਪਈ ਰਹਿੰਦੀ ਹੈ, ਤੰਗੀ ਬਣੀ ਰਹਿੰਦੀ ਹੈ, ਰਾਜਸਥਾਨ ਵਿੱਚ ਵੀ। ਤੇ ਫਿਰ ਇੱਕ ਕਾਲ ਹੁੰਦਾ ਜਿਵੇਂ ਬਹੁਤਾ ਪਾਣੀ ਆ ਕੇ ਫਸਲਾਂ ਮਰ ਜਾਣ ਜਾਂ ਪਾਣੀ ਨਾ ਆਵੇ, ਔੜ ਲੱਗ ਜਾਵੇ, ਬੁਰਾ ਹਾਲ ਹੋ ਜੇ, ਖਾਣ ਪੀਣ ਨੂੰ ਕੁੱਖ ਨਾ ਰਵੇ, ਪਰਜਾ ਕੋਲੋਂ ਰਾਜਾ ਵੀ ਦੁਖੀ ਹੋ ਜੇ, ਲੋਕ ਭੁੱਖੇ ਹੋ ਕੇ ਮਰ ਕੇ ਤੇ ਮਰਦੇ ਜਾਣ ਭੁੱਖ ਨਾਲ ਹੀ, ਉਹ ਤੇ ਕਹਿੰਦਾ ਦੁਕਾਲ। ਤੇ ਜਿੱਥੇ ਫਸਲ ਹੋਵੇ ਬੜੀ ਸੋਹਣੀ, ਕੋਈ ਪਰੇਸ਼ਾਨੀ ਨਾ ਹੋਵੇ, ਪਰਜਾ ਸੁਖੀ ਹੋਵੇ, ਉੱਥੇ ਹੁੰਦਾ ਸੁਕਾਲ। ਇਵੇਂ ਮਹਾਰਾਜ ਉਸ ਬਾਰ ਦੇਸ਼ ਵਿੱਚ ਜਿਹੜਾ ਸੁਕਾਲ ਹੈ, ਸਦਾ ਸੁਕਾਲ ਰਹਿੰਦਾ ਹੈ, ਸਾਰੇ ਸੁਖੀ ਰਹਿੰਦੇ ਹੈ। ਸਸਨ ਕੋ ਸਾਲਿਓ, ਬਾਰ ਦੇਸ਼ ਖੇਤੀਆਂ ਦਾ ਤੇ ਘਰ ਹੀ, ਬੜੀਆਂ ਸੋਹਣੀਆਂ ਖੇਤੀਆਂ ਹੁੰਦੀਆਂ ਹਨ। ਤਹ ਦੁਕਾਲ ਕੀ ਕੌਣ ਕੁਚਾਲੀ, ਮਹਾਰਾਜ ਉੱਥੇ ਜਿਹੜਾ ਦੁਕਾਲ ਹੈ, ਖੋਟਾ ਕਾਲ ਕਿ ਭੁੱਖ ਤੇ ਆ ਜਾਣੀ, ਉਹਦੀ ਭਲਾ ਖੋਟੀ ਚਾਲ ਕੀ ਹੈ, ਕੌਣ ਹੈ? ਭਾਵ ਉੱਥੇ ਕਦੀ ਕਾਲ ਪੈਂਦਾ ਨਹੀਂ ਹੈ। ਸਪਤ ਈਤ ਕੋ ਭੀਤ ਨਾ ਪਾਵਾ, ਫਿਰ ਉੱਥੇ ਬਾਹਰ ਦੇਸ਼ ਵਿੱਚ ਜਿਹੜੇ 7 ਉਪੱਦਰ ਹੈ, 7 ਖਤਰੇ ਹੈ ਖੇਤੀਆਂ ਨੂੰ, ਉਹ ਨਹੀਂ ਮਹਾਰਾਜ ਪਾਏ ਜਾਂਦੇ, ਉਹ ਨਹੀਂ ਉੱਥੇ ਹੈ। ਖੇਤੀਆਂ ਨੂੰ 7 ਖਤਰੇ ਕਿਹੜੇ ਹੈ, ਕਿਹੜੇ ਉਪੱਦਰ ਹੈ ਜਿਹੜੇ ਖੇਤੀਆਂ ਨੂੰ ਹਾਨੀ ਪਹੁੰਚਾਉਂਦੇ, ਨੁਕਸਾਨ ਕਰਦੇ ਹੈ? ਇੱਕ ਤਾਂ ਹੈ ਸਾਧ ਸੰਗਤ ਜੀ ਔੜ, ਵਰਖਾ ਨਾ ਹੋਣੀ, ਜਿਵੇਂ ਬੀਜ ਲੈਣਾ, ਫਿਰ ਮੀਂਹ ਨਾ ਪੈਣਾ ਤੇ ਉਹ ਬੀਜ ਵੀ ਸੜ ਜਾਣਾ ਤੇ ਖੇਤੀ ਕੋਈ ਨਾ ਹੋਣੀ। ਮੱਧ ਪ੍ਰਦੇਸ਼ ਰਾਜਸਥਾਨ 'ਚ ਆਮ ਹੀ ਗੱਲ ਹੈ ਔੜ ਦਾ। ਇੱਕ ਤੇ ਇਹ ਖੇਤੀਆਂ ਦਾ ਨੁਕਸਾਨ ਕਰਨ ਵਾਲਾ ਸਮਾਂ ਹੈ ਕਿ ਉਪੱਦਰ ਹੈ, ਖਤਰਾ ਹੈ ਖੇਤੀਆਂ ਨੂੰ ਕਿ ਜਿਹੜੀ ਔੜ ਲੱਗ ਜਾਂਦੀ ਹੈ, ਮੀਂਹ ਨਾ ਪੈਣਾ। ਅਤੇ ਜਾਂ ਫਿਰ ਜਿਹੜਾ ਮੀਂਹ ਹੈ ਬਹੁਤ ਜ਼ਿਆਦਾ ਪੈ ਜਾਣਾ, ਦੂਜਾ ਕਾਰਨ ਜਿਵੇਂ ਕਿਸੇ ਵੇਲੇ ਮੀਂਹ ਪੈਂਦਾ ਨਹੀਂ, ਔੜ ਲੱਗੀ ਰਹਿੰਦੀ ਹੈ, ਫਿਰ ਜਦੋਂ ਪੈਣ ਲੱਗਦਾ ਤਾਂ ਫਿਰ ਐਸਾ ਵਰਦਾ ਕਿ ਅਸੀਂ ਫਿਰ ਆਪ ਹੀ ਕਹਿੰਦੇ ਕਿ ਹੁਣ ਨਹੀਂ, ਇਹਨੇ ਸਾਰੀ ਖੇਤੀ ਬਰਬਾਦ ਕਰ ਦੇਣੀ ਹੈ। ਇਹ ਦੂਸਰਾ ਖਤਰਾ ਹੈ, ਇਹ ਦੂਸਰਾ ਪੱਧਰ ਹੈ ਖੇਤੀ ਨੂੰ, ਜਿਹੜਾ ਫਿਰ ਇੱਕ ਤਾਂ ਪੈਣਾ ਨਾ ਔੜ, ਇੱਕ ਫਿਰ ਬਹੁਤਾ ਜਿਹੜਾ ਮੀਂਹ ਪੈ ਜਾਣਾ ਅਤੇ ਸਭ ਨਾਸ ਕਰ ਦੇਣੀ। ਤੀਸਰਾ ਹੈ ਚੂਹੇ ਪੈ ਜਾਣੇ ਖੇਤੀ ਨੂੰ, ਇਹ ਤਾਂ ਬਹੁਤ ਮਾੜੇ ਹੈ, ਟੋਕ ਕੇ ਫਸਲ ਰੱਖ ਦਿੰਦੇ ਹੈ। ਯੂਪੀ ਆਦਿਕ ਇਲਾਕਿਆਂ ਵਿੱਚ ਤਾਂ ਉਹ ਟੋਕ ਕੇ ਗੰਨੇ ਨੂੰ ਐਂ ਚੂਰ ਕਰ ਦਿੰਦੇ ਹੈ। ਇੱਥੇ ਵੀ ਇਵੇਂ ਨਿਓਲ ਆਦਿਕ ਪੈ ਜਾਂਦੇ ਹੈ। ਚੂਹੇ ਦਾ ਇਹ ਦੰਦ ਹੀ ਜਿਹੜੇ ਚੰਚਲ ਹੀ ਹੈ ਕਿ ਉਹਨੇ ਕੁਝ ਨਾ ਕੁਝ ਟੁੱਕੀ ਜਾਣਾ ਹੁੰਦਾ। ਇਵੇਂ ਖੇਤੀ ਦਾ ਤੀਸਰਾ ਨੁਕਸਾਨ ਹੈ ਚੂਹੇ ਪੈ ਜਾਣੇ, ਨਾਸ ਕਰ ਦੇਣੀ। ਅਤੇ ਚੌਥਾ ਜਿਹੜਾ ਮੱਕੜੀ ਪੈ ਜਾਣੀ,
ਆ ਜਾਲਾ ਜਿਹਾ ਵੱਜ ਜਾਣਾ ਫਸਲ ਨੂੰ, ਜਾਂ ਟਿੱਡੀ ਦਲ ਪੈ ਜਾਣਾ, ਟਿੱਡੀ ਪੈ ਜਾਂਦੀ, ਪੱਤੇ ਖਰਾਬ ਕਰੀ ਜਾਂਦੀ, ਖਾਈ ਜਾਂਦੀ ਹੈ। ਪੰਜਵਾਂ ਹੈ ਪੰਛੀਆਂ ਨੇ ਖਾ ਜਾਣਾ, ਪੱਕੀ ਫਸਲ ਨੂੰ ਪੈ ਪੈ ਕੇ ਨਾਸ ਕਰੀ ਜਾਣੀ, ਜਾਂ ਬੀਜ ਬੀਜਣਾ ਤੇ ਉਹ ਚੁਗ ਚੁਗ ਕੇ ਲੈ ਜਾਂਦੇ ਪੰਛੀ। ਇਵੇਂ ਪੰਜਵਾਂ ਜਿਹੜਾ ਹੈ ਇਹ ਖੇਤੀਆਂ ਨੂੰ ਹਾਨੀ ਪਹੁੰਚਾਉਣ ਵਾਲਾ ਨੁਕਸਾਨ ਹੈ। ਛੇਵਾਂ ਹੈ ਰਾਜਾ ਦੀ ਚੜ੍ਹਾਈ ਹੋ ਜਾਣੀ, ਕੋਈ ਰਾਜਾ ਉਹਦੀ ਜੰਗ ਹੋ ਗਈ, ਲੜਾਈ ਹੋ ਗਈ, ਕਿਸੇ ਇਲਾਕੇ ਤੋਂ ਉਹਨੇ ਚੜ੍ਹਾਈ ਕਰਨੀ ਹੋਵੇ ਤਾਂ ਉਹਨੇ ਜਿਹਦੀ ਫੌਜ ਨਿਕਲਣੀ, ਉਹਨੇ ਕੋਈ ਖੇਤੀ ਥੋੜ੍ਹੀ ਵੇਖਣੀ ਕਿ ਥੱਲੇ ਪੱਕੀ ਹੈ ਕਿ ਕੱਚੀ ਹੈ। ਉਹ ਜੈਂਦੀ ਉਹ ਥਾਂ ਮਿਲੀ ਆਉਂਦੀ ਲੰਘ ਜਾਣਾ। ਫਿਰ ਪਹਿਲਾਂ ਦੇ ਹਾਥੀ ਘੋੜਿਆਂ ਦੀਆਂ ਹੁੰਦੀਆਂ ਸੀ ਫੌਜਾਂ, ਅਤੇ ਉਹ ਫਸਲਾਂ ਜਿਹੜੀਆਂ ਕੱਟ ਕੱਟ ਕੇ ਕਈ ਖਵਾਈ ਜਾਂਦੇ ਹੁੰਦੇ ਸੀ। ਐਵੇਂ ਖਵਾਈ ਜਾਂਦੇ ਹੈ, ਕਈ ਲਿਦੜੀ ਜਾਂਦੇ, ਫੌਜ ਲੰਘਦੀ ਖਰਾਬ ਕਰੀ ਜਾਂਦੀ ਹੈ। ਹੁਣ ਵੀ ਕੋਈ ਲੜਾਈ ਆਦਿਕ ਹੋ ਜੇ ਤੇ ਆ ਟੈਂਕ ਟੁੰਕ ਜਿਹੜੇ ਉਹਨਾਂ ਥੋੜ੍ਹੀ ਵੇਖਣਾ ਕਿ ਪੱਕੀ ਫਸਲ ਹੈ, ਕੱਚੀ ਉਹਨਾਂ ਲੰਘ ਲੁੰਘ ਜਾਣਾ ਹੈ। ਇਵੇਂ ਛੇਵਾਂ ਜਿਹੜਾ ਹੈ ਨੁਕਸਾਨ ਖੇਤੀ ਦਾ ਕਿ ਰਾਜਾ ਦੀ ਚੜ੍ਹਾਈ। ਸੱਤਵਾਂ ਹੈ ਕੁੰਗੀ ਪੈ ਜਾਣੀ, ਜੇ ਉਹ ਪੱਤੇ ਜੇ ਮੁੜ ਜਾਂਦੇ, ਉੱਲੀ ਜੀ ਲੱਗ ਜਾਂਦੀ ਹੈ ਪੱਤਿਆਂ ਨੂੰ, ਅਤੇ ਕਹਿੰਦੇ ਜੀ ਕੁੰਗੀ ਪੈ ਗਈ ਹੈ। ਐਵੇਂ 7 ਜਿਹੜੇ ਆ ਉਪੱਦਰ ਖਤਰੇ ਆ ਖੇਤੀ ਨੂੰ। ਭਾਈ ਬਾਲਾ ਜੀ ਕਹਿ ਰਹੇ ਮਹਾਰਾਜ, ਜਿਹੜਾ ਸਤਿਗੁਰੂ ਜੀ ਦਾ ਇਲਾਕਾ ਬਾਰ ਦੇਸ਼ ਨਨਕਾਣਾ ਸਾਹਿਬ ਦੇ ਇਰਦ ਗਿਰਦ, ਉਸ ਇਲਾਕੇ ਦੇ ਵਿੱਚ ਜਿਹੜੇ ਹੈ ਸਬਤ ਈਤ 7 ਉਪੱਦਰਾਂ ਦਾ ਭੈ ਨਹੀਂ ਸੀ ਪਾਇਆ ਜਾਂਦਾ। ਤਸ ਕਰ ਕੁਲ ਤਜ ਅਨੰਤ ਪਰਾਵਾ। ਫਿਰ ਜਿਹੜੇ ਚੋਰ ਹੈ, ਚੋਰਾਂ ਦੀਆਂ ਕੁਲਾਂ ਹੈ, ਜੋ ਖੇਤੀ ਪੱਕੀ ਹੁੰਦੀ ਉਹ ਵੱਢ ਕੇ ਲੈ ਲੂ ਜਾਂਦੇ ਦਾਣੇ ਆਦਿਕ, ਜਾਂ ਕਿਤੇ ਉਹ ਪੈਸਾ ਲਿਆ ਹੋਵੇ ਵੱਟ ਕੇ ਤੇ ਉਹ ਘਰੋਂ ਕੱਢ ਕੁੱਢ ਕੇ ਲੈ ਜਾਂਦੇ ਹੈ। ਇਵੇਂ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ ਸੀ, ਜਿਹੜੇ ਚੋਰਾਂ ਦੀਆਂ ਕੁਲਾਂ ਹੈ ਉਹ ਵੀ ਬਾਹਰ ਦੇਸ਼ 'ਚੋਂ ਆ ਨੱਠ ਭੱਜ ਗਈਆਂ ਛੱਡ ਕੇ ਹੋਰ ਕਿਤੇ ਥਾਂ। ਪਥਕ ਜਾਤ ਜਹ ਮਨ ਬਿਰਮਾਵਾ। ਇਸ ਤਰ੍ਹਾਂ ਬਾਹਰ ਦੇਸ਼ ਐਸਾ ਮਹਾਨ ਹੈ ਮਹਾਰਾਜ, ਜਿੱਥੇ ਪਥਕ ਕੋਈ ਰਾਹੀ ਪਾਂਦੀ ਮੁਸਾਫਰ ਆ ਜਾਂਦਿਆਂ ਜੇ ਕਿਤੇ ਉਹ ਬਾਹਰ ਦੇਸ਼ ਵਿੱਚ ਤੇ ਲੰਘਦਾ ਤੇ ਉਹਦਾ ਮਨ ਵੀ ਮੋਹਿਆ ਜਾਂਦਾ ਸੀ। ਹੇਰ ਹਿਤੂ ਨਰ ਕੁਟੰਬ ਭੁਲਾਵਾ। ਤੇ ਉਹ ਉੱਥੋਂ ਦੇ ਜਿਹੜੇ ਬਾਹਰ ਦੇਸ਼ ਦੇ ਲੋਕ ਉਹ ਬਹੁਤੇ ਪ੍ਰੇਮ ਭਾਵ ਵਾਲੇ ਆਓ ਭਗਤੀ ਕਰਦੇ ਮੁਸਾਫਰਾਂ ਦੀ। ਫਿਰ ਉਹਨਾਂ ਦਾ ਪ੍ਰੇਮ ਭਾਵ ਵੇਖ ਕੇ ਤੇ ਉਹ ਜਿਹੜਾ ਕੋਈ ਯਾਤਰੀ ਮੁਸਾਫਰ ਪਾਂਦੀ ਹੈ ਉਹ ਵੇਖ ਕੇ ਉਹਨਾਂ ਦਾ ਪ੍ਰੇਮ ਭਾਵ ਬਾਹਰ ਦੇਸ਼ ਵਾਲਿਆਂ ਦਾ ਤੇ ਆਪਣਾ ਜਿਹੜਾ ਟੱਬਰ ਟੀਰ ਉਹਨੂੰ ਵੀ ਭੁਲਾ ਬੈਠਦਾ ਕਿ ਵੀ ਇੱਥੋਂ ਦੇ ਲੋਕ ਬੜੇ ਚੰਗੇ, ਮੈਂ ਪਿਛਲਾ ਖਿਆਲ ਹੀ ਭੁਲਾ ਦਿੰਦੇ। ਫਲ ਫੂਲਣ ਦਲ ਯੁਤ ਤਰ ਚਾਰੂ। ਫਿਰ ਉੱਥੇ ਬਾਹਰ ਦੇਸ਼ ਜਿਹੜੇ ਦਰਖਤ ਬੜੇ ਸੁੰਦਰ ਆ, ਬੜੇ ਫਲਦਾਰ ਆ, ਫੁੱਲਾਂ ਤੇ ਫਲਾਂ ਦੇ ਸਹਿਤ, ਚੌੜੇ ਚੌੜੇ ਵਧੀਆ ਹਰੇ ਹਰੇ ਪੱਤਿਆਂ ਦੇ ਸਹਿਤ, ਤਰ ਚਾਰੂ ਬੜੇ ਸੁੰਦਰ ਰੁੱਖ ਹੈ। ਪਥਕ ਹੇਤ ਠਾਡੇ ਸੁਖ ਕਾਰੂ। ਅਤੇ ਜਿਹੜੇ ਪਥਕ ਜਿਹੜੇ ਰਾਹੀ ਪਾਂਦੀ ਜਾਣ ਵਾਲੇ ਉਹਨਾਂ ਨੂੰ, ਉਹਨਾਂ ਦੇ ਵਾਸਤੇ ਇਹ ਬੜੇ ਸੁੱਖ ਕਰਨ ਵਾਲੇ ਰੁੱਖ ਜਿਹੜੇ ਬਾਹਰ ਦੇਸ਼ ਵਿੱਚ ਖੜੇ ਸਨ। ਇਹ ਮਹਾਰਾਜ ਕਿ ਜਿਹੜਾ ਕੋਈ ਰਾਹੀ ਜਾਂਦਾ ਉਹ ਫਲ ਵੀ ਛਕਦਾ, ਨਾਲੇ ਉਹਨਾਂ ਸੁੱਖਾਂ ਦੇ ਜਿਹੜੇ ਦਰਖਤ ਹੈ ਉਹਨਾਂ ਦੇ ਛਾਂ ਹੇਠ ਬੈਠ ਜਾਂਦਾ। ਇਵੇਂ ਸੁੱਖ ਕਰਨ ਵਾਲੇ ਬਾਹਰ ਦੇਸ਼ ਵਿੱਚ ਦਰਖਤ ਬੜੇ ਖੜੇ ਸਨ। ਬਸ ਹੈ ਲੋਕ ਜਹ ਸੁਜਾਨ ਸੁਚਾਲੀ। ਜਿਸ ਬਾਹਰ ਦੇਸ਼ ਵਿੱਚ ਆ ਲੋਕ ਬੜੇ ਸੁਜਨ, ਬੜੇ ਸ੍ਰੇਸ਼ਟ ਜਨ, ਕੂਣ ਬੋਲਣ ਦੇ ਬੜੇ ਚੰਗੇ ਤੇ ਸੁਚਾਲੀ ਭਾਵ ਬੜੇ ਜਿਹੜੇ ਚਾਲ ਚੱਲਣ ਜਿਨ੍ਹਾਂ ਦੇ ਬੜੇ ਚੰਗੇ ਤੇ ਬੜੀ ਉੱਚੀਆਂ ਜਾਤਾਂ ਵਾਲੇ। ਦਇਆ ਧਰਮ ਕੇ ਜੇ ਪ੍ਰਿਤਪਾਲੀ। ਜੋ ਕਿ ਆ ਦਇਆ ਨੂੰ ਪਾਲਣਾ ਤੇ ਧਰਮ ਨੂੰ ਪਾਲਣਾ, ਇਸ ਦਇਆ ਧਰਮ ਦੇ ਤੇ ਬਹੁਤ ਹੀ ਪਾਲਣ ਵਾਲੇ ਸਨ। ਅਥਿਤ ਸੇਵ ਮਹਿ ਜਿਨ ਮਨ ਰਾਤਾ। ਤੇ ਜਿਨ੍ਹਾਂ ਦਾ ਉਹ ਬਾਹਰ ਦੇਸ਼ ਵਿੱਚ ਇਹ ਉੱਥੋਂ ਦੀ ਸਾਧ ਸੰਗਤ ਦੀ ਸਾਰੀ ਕਥਾ ਚੱਲ ਰਹੀ। ਗੁਰੂ ਨਾਨਕ ਸਾਹਿਬ ਜੀ ਜਿਸ ਸਥਾਨ 'ਤੇ ਪ੍ਰਗਟ ਹੋਏ ਆ ਨਨਕਾਣਾ ਸਾਹਿਬ,
ਤੇ ਰਾਵੀ ਤੇ ਝਨਾਹ ਦੇ ਇਲਾਕੇ ਵਿਚਕਾਰਲੇ ਨੂੰ ਬਾਰ ਦੇਸ਼ ਕਿਹਾ ਜਾਂਦਾ। ਉਹਦੀ ਸੋਭਾ ਜਿਹੜੀ ਹੈ ਸਾਰੀ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੁਣਾ ਰਹੇ ਕਿ ਸੱਚੇ ਪਾਤਸ਼ਾਹ ਜਿੱਥੇ ਇਹੋ ਜਿਹੇ ਲੋਕ ਸਨ ਕਿ ਅਥਿਤ ਜਿਹੜੇ ਕੋਈ ਵਿਚਾਰੇ ਗਰੀਬ ਲੋੜਵੰਦ ਹੈ, ਰਾਹੀ ਮੁਸਾਫਰ, ਜਿਨ੍ਹਾਂ ਦਾ ਉਹਨਾਂ ਦੀ ਸੇਵਾ ਵਿੱਚ ਬਹੁਤ ਹੀ ਮਨ ਰੰਗਿਆ ਸੀ। ਗੁਣ ਗਰਾਹੀ ਸਭ ਵਿਦਿਆ ਗਿਆਤਾ। ਫਿਰ ਸਾਰੀ ਵਿਦਿਆ ਦੇ ਜਾਣਨ ਵਾਲੇ, ਵਿਦਿਆ ਨੂੰ ਪੜ੍ਹਨ ਵਾਲੇ, ਵਿਦਿਆ ਦੇ ਗਿਆਤਾ, ਸਭ ਪ੍ਰਕਾਰ ਦੀ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਸਨ। ਉਪਜਹ ਜਹ ਤਰੰਗ ਬਹੁ ਸੁੰਦਰ। ਜਿਸ ਬਾਰ ਦੇਸ਼ ਵਿੱਚ ਆ ਜਿਹੜੇ ਤਰੰਗ ਕਹੀਏ ਘੋੜੇ ਬੜੇ ਸੁੰਦਰ ਜਾਂ ਪੈਦਾ ਹੁੰਦੇ ਸਨ। ਬਲੀ ਤਰਲਤਾ ਗੁਣ ਕੇ ਮੰਦਰ। ਬੜੀ ਤਰਲਤਾ, ਫਿਰ ਬੜੇ ਬਲੀ, ਬੜੇ ਸੁੰਦਰ, ਬੜੇ ਚੰਚਲ, ਤੇਜ ਤਿੱਖੇ ਤਰਾਰੇ ਤੇ ਗੁਣਾਂ ਦੇ ਤੇ ਮਾਨੋ ਮੰਦਰਿਕਾਰੀ ਸਨ। ਔਰ ਪਸ਼ੂ ਬਹੁ ਸੁਭਗ ਸੋ ਜਾਤੀ। ਸੁਭਗ ਤੇ ਹੋਰ ਜਿਹੜੇ ਪਸ਼ੂ ਹੈ, ਗਾਵਾਂ, ਮੱਝਾਂ ਆਦਿਕ ਬੜੇ ਸ਼ੁਭ ਚੰਗੇ ਤੇ ਸ੍ਰੇਸ਼ਟ ਨਸਲਾਂ ਦੇ ਬਾਹਰ ਦੇਸ਼ ਵਿੱਚ ਇਹ ਸਾਰਾ ਕੁਝ ਸੀ। ਤਿੰਨ ਕੀ ਖਾਨ ਕੀਨ ਬਿਦ ਖਿਆਤੀ। ਮਾਨੋ ਕਿ ਚੰਗੀਆਂ ਗਾਵਾਂ, ਚੰਗੀਆਂ ਮੱਝਾਂ, ਸੁੰਦਰ ਬੱਕਰੀਆਂ, ਭੇਡਾਂ ਆਦਿਕ ਦੀ ਤੇ ਮਾਨੋ ਕਿ ਉਹ ਬਾਹਰ ਦੇਸ਼ ਉਸ ਪਰਮੇਸ਼ਰ ਨੇ ਆ ਜਿਹੜੇ ਇਹਨਾਂ ਦੀ ਖਾਣ ਹੀ ਖਜ਼ਾਨਾ ਹੀ ਆ ਕੀਤਾ ਹੋਇਆ ਸੀ ਪ੍ਰਗਟ ਰੂਪ ਵਿੱਚ। ਜੋ ਅਸ ਦੇਸ਼ ਰੁਚਰ ਬਰ ਸਗਰਾ। ਇਸ ਤਰ੍ਹਾਂ ਜੋ ਬਾਹਰ ਦੇ ਸਾਰਾ ਬੜਾ ਸ੍ਰੇਸ਼ਟ ਤੇ ਬੜਾ ਸੁੰਦਰ ਦੇਸ਼ ਸੀ। ਭਰਤ ਖੰਡ ਮਹਿ ਸ਼ੁਭਤ ਉਜਗਰਾ। ਉਜਾਗਰਾ ਜੋ ਇਹ ਭਾਰਤ ਖੰਡ ਹੈ, 9 ਖੰਡਾਂ ਵਿੱਚੋਂ ਭਾਰਤ ਖੰਡ ਹੈ। ਇਹਦੇ ਵਿੱਚ ਜਿਹੜਾ ਬਾਰ ਦੇਸ਼ ਹੈ ਪ੍ਰਗਟ ਰੂਪ ਵਿੱਚ ਹੀ ਬਹੁਤ ਹੀ ਸੋਭਾ ਪਾ ਰਿਹਾ ਸੀ। ਇਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੇ ਮਹਿ ਤਲਵੰਡੀ ਪਲ ਨਗਰੀ। ਉਸ ਦੇ ਵਿੱਚ ਇਸ ਬਾਰ ਦੇਸ਼, ਇਹ ਸਾਰੇ ਇਲਾਕੇ ਦੀ ਜਿਹੜੀ ਕਥਾ ਭਾਈ ਸਾਹਿਬ ਜੀ ਨੇ, ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾਈ। ਤੇ ਹੁਣ ਕਹਿ ਰਹੇ ਕਿ ਮਹਾਰਾਜ ਇਸ ਬਾਰ ਦੇਸ਼ ਵਿੱਚ ਜੋ ਤਲਵੰਡੀ ਨਗਰ, ਰਾਏ ਭੋਏ ਦੀ ਤਲਵੰਡੀ ਆ ਬੜੀ ਚੰਗੀ ਨਗਰੀ ਮਹਾਨ। ਚਾਰ ਬਰਨ ਕਰ ਪੂਰਤ ਸਗਰੀ। ਜਿਸ ਵਿੱਚ ਆ ਚਾਰੇ ਵਰਣ ਖੱਤਰੀ, ਬ੍ਰਾਹਮਣ, ਸੂਦ, ਵੈਸ, ਇਹ 4 ਵਰਨਾਂ ਨਾਲ ਹੀ ਲਬਾ ਲੱਭ ਭਰੀ ਹੋਈ ਸੀ। ਜਿਹੇ ਕੇ ਚਹੁ ਦਿਸ ਬਾਗ ਸੁਹਾਵਾ। ਜਿਸ ਤਲਵੰਡੀ ਨਗਰੀ ਦੇ ਚਾਰੇ ਪਾਸੇ ਆ ਸੁੰਦਰ ਬਾਗ, ਅੰਬਾਂ ਦੇ ਬੂਟੇ, ਅਮਰੂਦਾਂ ਦੇ ਆਦਿਕ ਬੜਾ ਬਾਗ ਸੋਭਨੀਕ ਹੋ ਰਿਹਾ ਸੀ। 4 ਚੁਫੇਰੇ ਕੁਸਮ ਬਾਟਿਕਾ ਬਹੁ ਸ਼ਬ ਪਾਵਾ। ਜਿਸ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਆਸੇ ਪਾਸੇ ਆ ਫੁੱਲਾਂ ਦੀਆਂ ਜਿਹੜੀਆਂ ਬਗੀਚੀਆਂ ਬਹੁਤ ਹੀ ਛਵੀ ਸੁੰਦਰਤਾ ਪਾ ਰਹੀਆਂ ਸਨ। ਨਗਰ ਕੋਟ ਡਿੱਡ ਬਣਿਓ ਤੰਗਾ। ਫਿਰ ਰਾਏ ਭੋਏ ਦੀ ਤਲਵੰਡੀ ਦਾ ਜਿਹੜਾ ਕੋਟ ਹੈ 4 ਚੁਫੇਰੇ, ਉਹ ਬੜਾ ਉੱਚਾ ਬਣਿਆ ਹੋਇਆ ਸੀ। ਜਿਹੜੀ ਆਦੇ ਹੁਣੇ ਕੰਮ ਖਤਮ ਹੋ ਗਿਆ। ਜਿਵੇਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾਂਦੇ ਹਾਂ ਤਾਂ ਹਾਲ ਗੇਟ, ਸੁਲਤਾਨਵਿੰਡ ਗੇਟ, ਕਈ ਗੇਟ ਬਣੇ ਹੋਏ ਆ ਨਾ, ਅਤੇ ਉਹਦੇ ਆਲੇ ਦੁਆਲੇ ਕੰਧ ਹੁੰਦੀ ਸੀ 4 ਚੁਫੇਰੇ ਸ਼ਹਿਰ ਦੇ। ਅਤੇ ਉਹ ਸ਼ਾਮ ਦੇ ਸਮੇਂ ਰਾਜੇ ਲੋਕ ਇਵੇਂ ਆਪਣੀ ਨਗਰੀ ਨੂੰ ਬੰਦ ਕਰ ਲੈਂਦੇ ਹੁੰਦੇ ਸੀ ਅਤੇ ਕੰਧਾਂ ਸਾਰੀਆਂ ਹੁੰਦੀਆਂ ਸੀ। ਉਹ ਅੱਜ ਵੀ ਉਹ ਨਿਸ਼ਾਨੀਆਂ ਹੈ ਗੇਟਾਂ ਤੋਂ। ਉਹਦੇ ਵਿਚਲਾ ਅੰਮ੍ਰਿਤਸਰ ਸੀ, ਆ ਬਾਕੀ ਬਾਅਦ 'ਚ ਬਣਿਆ ਹੈ। ਇਵੇਂ ਇਹ ਮਹਾਰਾਜ ਜਿਹੜਾ ਰਾਏ ਭੋਏ ਦੀ ਤਲਵੰਡੀ ਨਗਰ ਸੀ ਅਤੇ ਉਹਦੇ 4 ਚੁਫੇਰੇ ਜਿਹੜੀ ਕੋਟ ਹੈ, ਕੰਧ ਹੈ, ਦੀਵਾਰ ਕਿਲ੍ਹੇ ਦੀ, ਉਹ ਬੜੀ ਉੱਚੀ ਬਣੀ ਹੋਈ ਸੀ। ਮਤ ਸਰ ਧਰਤਾ ਜੋ ਗਿਰ ਸੰਗਾ। ਜੋ ਉਹ ਕੋਟ, ਜੋ ਉੱਚੀਆਂ ਉਹ ਦੀਵਾਰਾਂ ਸਨ, ਮਾਨੋ ਕਿ ਉਹ
ਆ ਪਹਾੜਾਂ ਨਾਲ ਈਰਖਾ ਧਰਦੀਆਂ ਕਿ ਪਹਾੜਾਂ ਨੂੰ ਕਹਿੰਦੀਆਂ ਕਿ ਤੁਸੀਂ ਸਾਡੇ ਨਾਲ ਜ਼ਿਆਦਾ ਉੱਚੇ ਨਹੀਂ, ਅਸੀਂ ਤੁਹਾਡੇ ਨਾਲੋਂ ਜ਼ਿਆਦੀਆਂ ਉੱਚੀਆਂ ਹਾਂ। ਅਟਾ ਕਟਾ ਸੰਗ ਕਰਤ ਵਿਸਾਲਾ। ਇਵੇਂ ਜਿਹੜੀਆਂ ਤਲਵੰਡੀ ਨਗਰ ਵਿੱਚ ਟਾਰੀਆਂ ਹੈ ਮਹਾਰਾਜ, ਉਹ ਤੇ ਆ ਘਟਾ ਕਹੀਏ ਬੱਦਲਾਂ ਨਾਲ ਆ ਗੱਲਾਂ ਕਰਦੀਆਂ, ਭਾਵ ਬਹੁਤ ਹੀ ਉੱਚੀਆਂ ਹਨ। ਮਨਹੁ ਨਿਰੋਧਨ ਕੀ ਹਿਯ ਆਸਾ। ਮਾਨੋ ਕਿ ਉਹ ਜਿਹੜੇ ਬੱਦਲ ਹੈ ਤੇ ਬੱਦਲਾਂ ਨੂੰ ਰੋਕਣ ਦੀ ਜਿਹੜੀ ਆਸਾ ਕਰ ਰਹੀਆਂ ਉਹ ਦੀਵਾਰਾਂ, ਤੇ ਮਾਨੋ ਕਿ ਗੱਲਾਂ ਕਰ ਰਹੀਆਂ ਤੇ ਆਸ ਇਹ ਕੀਤੀ ਹੋਈ ਕਿ ਬੱਦਲਾਂ ਨੂੰ ਗਾਹ ਨਹੀਂ ਲੰਘਣ ਦੇਣਾ। ਐਵੇਂ ਉਹ ਜਿਹੜੀਆਂ ਅਟਾਰੀਆਂ ਹੈ 8-8 ਮੰਜ਼ਲੀਆਂ ਬੜੀਆਂ ਉੱਚੀਆਂ ਟਾਰੀਆਂ ਸਨ। ਮੰਦਿਰ ਜਹ ਸੁੰਦਰ ਸ਼ਬ ਪਾਈ। ਜਿਸ ਤਰਾਏ ਭੋਏ ਦੀ ਤਲਵੰਡੀ ਨਗਰ ਦੇ ਜਿਹੜੇ ਮੰਦਰ ਮਕਾਨ ਘਰ ਹੈ ਆ ਬੜੇ ਸੁੰਦਰ ਹੈ, ਬੜੀ ਛਵੀ ਸ਼ੋਭਾ ਪਾ ਰਹੇ ਹਨ। ਸਰਬ ਰੁਤਿਨ ਮਹਿ ਜੇ ਸੁਖਦਾਈ। ਜੋ ਐਸੇ ਮੰਦਰ ਮਕਾਨ ਹੈ ਕਿ ਸਾਰੀਆਂ ਰੁੱਤਾਂ ਵਿੱਚ ਹੀ ਮਹਾਰਾਜ ਸੁੱਖ ਦੇਣ ਵਾਲੇ ਸੀ। ਇਹ ਨਹੀਂ ਹੈ ਕਿ ਜਿਵੇਂ ਅੱਜ ਕੱਲ੍ਹ ਏਸੀ ਲਾ ਕੇ ਤੇ ਸੁੱਖ ਲੈ ਰਹੇ ਆ, ਉਂਝ ਉਹ ਲੈਂਟਰਾਂ ਨੂੰ ਅੱਗ ਲੱਗੀ ਹੁੰਦੀ ਆ। ਪਹਿਲਾਂ ਜਿਹੜੇ ਘਰ ਮਕਾਨ ਸੀ ਉਹ ਇਸ ਤਰੀਕੇ ਨਾਲ ਕਾਰੀਗਰ ਬਣਾਉਂਦੇ ਸੀ। ਤੇ ਭਾਈ ਬਾਲਾ ਜੀ ਕਹਿ ਰਹੇ ਮਹਾਰਾਜ, ਉਹ ਜਿਹੜੇ ਰਾਏ ਭੋਏ ਦੀ ਤਲਵੰਡੀ ਨਗਰ ਵਿੱਚ ਮੰਦਰ ਮਕਾਨ ਉਹ ਐਸੀ ਸੁੰਦਰਤਾ ਵੀ ਸਾਰੀਆਂ ਰੁੱਤਾਂ ਵਿੱਚ ਆ ਸੁਖਦਾਈ ਸਨ। ਗਰਮੀਆਂ ਵਿੱਚ ਦਰਵਾਜ਼ੇ ਖੋਲ੍ਹ ਦਿੱਤੇ ਜਾਂਦੇ ਤੇ ਅੰਦਰ ਠੰਡ ਪੈ ਜਾਂਦੀ, ਸਿਆਲ ਵਿੱਚ ਉਹ ਬੰਦ ਕੀਤੇ ਜਾਂਦੇ ਤੇ ਨਿੱਘ ਆ ਜਾਂਦਾ। ਐਵੇਂ ਸਾਰੀਆਂ ਰੁੱਤਾਂ ਵਿੱਚ ਹੀ, ਛਾਂ ਰੁੱਤਾਂ ਵਿੱਚ ਸੁਖਦਾਈ ਸਨ। ਅਸ਼ਟਾਪਦ ਸਮ ਵਿਪਨੀ ਪੂਰੀ। ਤੇ ਐਵੇਂ ਅਸ਼ਟਾਪਦ ਜਿਵੇਂ ਆ ਚੌਪੜ ਹੁੰਦੀ ਹੈ ਵਿਪਨ ਭੂਰੀ, ਜਿਹੜੀ ਮੰਡੀ ਹੈ ਰਾਏ ਭੋਏ ਦੀ ਤਲਵੰਡੀ ਵਿੱਚ ਅੱਜ ਜਿਵੇਂ ਚੌਪੜ ਹੁੰਦੀ ਹੈ, ਚੌਪੜ ਵਾਂਗ ਬੜੀ ਚਨੁਕਰੀ ਤੇ ਬੜੀ ਸੁੰਦਰ ਵੱਡੀ। ਬਨਜ ਸੋਜ ਸੋ ਆਪਨ ਪੂਰੀ। ਉਹ ਫਿਰ ਤਲਵੰਡੀ ਸ਼ਹਿਰ 'ਚ ਜਿਹੜੀ ਮੰਡੀਆਂ ਹੈ, ਮੰਡੀਆਂ 'ਚ ਜਿਹੜੀਆਂ ਦੁਕਾਨਾਂ ਤੇ ਜਿਹੜੇ ਵਣਜ ਵਪਾਰ ਕਰਨ ਵਾਲੇ ਲੋਕ ਹੈ, ਉਹਨਾਂ ਨੇ ਸੌਦੇ ਨਾਲ ਆਪੋ ਆਪਣੇ ਦੁਕਾਨਾਂ ਪੂਰੀਆਂ ਭਰੀਆਂ ਹੋਈਆਂ ਸੀ। ਇਹ ਨਹੀਂ ਕਿ ਜਿਵੇਂ ਦੁਕਾਨ ਬੜੀ ਵੱਡੀ ਹੋਵੇ ਤੇ ਖਾਲੀ ਜੀ ਪਈ ਹੋਵੇ। ਇਵੇਂ ਉਹ ਸੋਭਾ ਕਰਦੇ ਹੋਏ ਭਾਈ ਬਾਲਾ ਜੀ ਕਹਿ ਰਹੇ ਮਹਾਰਾਜ, ਰਾਏ ਭੋਏ ਦੀ ਤਲਵੰਡੀ ਵਿੱਚ ਚੌਪੜ ਵਾਂਗ ਬੜੀ ਵੱਡੀ ਮੰਡੀ, ਜਿਹਦੇ ਵਿੱਚ ਵਪਾਰ ਕਰਨ ਵਾਲੇ ਜਿਹੜੇ ਵਪਾਰੀ ਹੈ ਉਹਨਾਂ ਸੌਦਿਆਂ ਨਾਲ ਦੁਕਾਨਾਂ ਪੂਰੀਆਂ ਭਰੀਆਂ ਸਨ। ਸ੍ਰੀ ਨਾਨਕ ਆਗਮ ਕੇ ਹੇਤੂ। ਇਹ ਤੇ ਐਵੇਂ ਹੀ ਹੈ ਕਿ ਜਿਵੇਂ ਉਸ ਪਰਮੇਸ਼ਰ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਭਾਵ ਅਵਤਾਰ ਹੋਣਾ ਸੀ, ਉਸ ਕਾਰਨ ਕਰਕੇ ਉਸ ਵਾਸਤੇ ਰਚਿਓ ਸਰਗ ਵਿਦ ਸੁਖ ਸੰਕੇਤੂ। ਮਾਨੋ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਆਉਣ ਵਾਸਤੇ ਕਿ ਆ ਰਹੇ ਹਾਂ ਅਸੀਂ ਇਸ ਧਰਤੀ ਮੰਡਲ ਤੇ ਸੁੱਖਾਂ ਦਾ ਸੁਖ ਸੰਕੇਤੂ, ਜੋ ਸੁਖ ਦਾ ਘਰ ਹੈ ਭਲੀ ਪ੍ਰਕਾਰੀ ਵਿਧੀ, ਜੋ ਫਲ ਵਰਦਾਤਾ ਪਰਮੇਸ਼ਰ ਹੈ। ਮਾਨੋ ਕਿ ਉਸਨੇ ਆ ਸਵਰਗੀ ਰਚ ਦਿੱਤਾ ਰਾਏ ਭੋਏ ਦੀ ਤਲਵੰਡੀ ਨੂੰ। ਸੁਰ ਪੀ ਖੀਰ ਪਾਯੂਖ ਸਮਾਨਾ। ਸੁਰਬੀ ਜਿਹੜੇ ਉੱਥੋਂ ਦੀਆਂ ਗਾਵਾਂ ਦਾ ਦੁੱਧ ਸੀ, ਉਹ ਮਾਨੋ ਕਿ ਅੰਮ੍ਰਿਤ ਹੀ ਸਮਾਨ ਹੈ। ਸੁਰ ਸਮ ਸੁੰਦਰ ਮਨੁਜ ਸੁਜਾਨਾ। ਜਿਹੜੇ ਉੱਥੋਂ ਦੇ ਮਨੁੱਖ ਹੈ ਦੇਵਤਿਆਂ ਵਾਂਗ ਬੜੇ ਸੁੰਦਰ ਸੁਜਾਨ, ਆ ਬੜੇ ਚਤਰ ਸਿਆਣੇ। ਜਿਹੇ ਕੀ ਰਚਨਾ ਹੇਰ ਬਚਰਤਾ। ਕੀ ਕਰਨਿਆ ਜਿਹ ਕੀ ਰਚਨਾ ਹੇਰ ਬਚਿੱਤਰਾ, ਜਿਸ ਦੀ ਆ ਰਚਨਾ ਨੂੰ ਵੇਖ ਕੇ ਬਚਿੱਤਰਾ ਕਹੀਏ। ਆ ਜਿਹੜੇ ਸਾਧ ਸੰਗਤ ਜੀ ਬਚਿੱਤਰਾ ਕਹੀਏ ਸੁੰਦਰਤਾ, ਜਿਨ੍ਹਾਂ ਦੀ ਆ ਸੁੰਦਰਤਾ ਨੂੰ ਵੇਖ ਕੇ ਵਿਸ਼ਕਰਮਾ ਹੋਇਓ ਚਿਤ ਚਿਤਰਾ। ਜਿਹੜਾ ਵਿਸ਼ਕਰਮਾ ਹੈ ਜੋ ਦੇਵਤਿਆਂ ਦੇ ਘਰ ਬਣਾਉਂਦਾ, ਉਹ ਵੀ ਹੈਰਾਨ ਹੋ ਗਿਆ ਵੀ ਇਹੋ ਜਿਹੇ ਜਿਹੜੇ ਘਰ ਬਣੇ ਹੋਏ ਰਾਏ ਭੋਏ ਦੀ ਤਲਵੰਡੀ ਵਿੱਚ, ਇਹੋ ਜਿਹੇ ਤੇ ਮੈਂ
ਆ ਸਵਰਗਾਂ ਦੇ ਦੇਵਤਿਆਂ ਦੇ ਵੀ ਨਹੀਂ ਬਣਾ ਸਕਿਆ। ਸ਼ਰੋਤ ਪਾਠੀ ਹੋਤ ਤਤ ਵੇਤੂ। ਇਸ ਤਰ੍ਹਾਂ ਰਾਏ ਭੋਏ ਦੀ ਤਲਵੰਡੀ ਵਿੱਚ ਆ ਸਰੁੱਤ ਕਹੀਏ ਵੇਦ ਪਾਠੀ ਤੇ ਆ ਜਗ ਨੂੰ ਆਹੂਤੀ ਸਮੱਗਰੀ ਦੇਣ ਵਾਲੇ ਤੇ ਤਤ ਵੇਤੂ ਆ ਬ੍ਰਹਮ ਵੇਤੇ ਗਿਆਨੀ ਸਨ। ਖਟ ਕਰਮੀ ਕ੍ਰਿਤ ਕੇਵਲ ਹੇਤੂ। ਫਿਰ ਖਟ ਕਰਮੀ ਜਿਹੜੇ ਉੱਥੇ ਵਸਦੇ ਸਨ, ਖਟ ਕਰਮੀ ਭਾਵ ਐਸੇ ਉਹ ਬ੍ਰਾਹਮਣ ਕਿ ਖਟ ਕਰਮੀ ਜਿਹੜਾ 6 ਕਰਮ ਕਰਨ ਵਾਲਾ, ਜਗ ਕਰਨਾ ਆਪ ਕਰਨਾ ਤੇ ਦੂਜਿਆਂ ਨੂੰ ਪ੍ਰੇਰ ਕੇ ਕਰਵਾਉਣਾ, ਆਪ ਵਿਦਿਆ ਪੜ੍ਹਨੀ ਫਿਰ ਦੂਜਿਆਂ ਨੂੰ ਪੜ੍ਹਾਉਣੀ, ਆਪ ਦਾਨ ਦੇਣਾ ਤੇ ਫਿਰ ਦੂਜਿਆਂ ਕੋਲ ਲੈਣਾ। ਇਵੇਂ ਜਿਹੜਾ ਖਟ ਕਰਮੀ 6 ਕਰਮ ਹੈ। ਇਹ 6 ਕਰਮਾਂ ਨੂੰ ਕਰਨ ਵਾਲੇ ਜਿਹੜੇ ਉਹ ਕਿਰਤ ਕਰਨ ਵਾਲੇ, ਕੰਮ ਕਰਨ ਵਾਲੇ, 6 ਕਿਰਤਾਂ ਨੂੰ ਕਰਨ ਵਾਲੇ ਉਹ ਕਾਹਦੇ ਵਾਸਤੇ ਕਰਦੇ ਸੀ? ਕੇਵਲ ਹੇਤੂ, ਮੁਕਤੀ ਦੇ ਵਾਸਤੇ। ਕੋਈ ਲੋਭ ਲਾਲਚ ਆਪਣੀ ਪ੍ਰਸਿੱਧੀ ਵਾਸਤੇ ਨਹੀਂ ਕਿ ਮੇਰਾ ਨਾਮ ਹੋਵੇ, ਮੈਂ ਜਗ ਕਰਾਵਾਂ ਮੈਨੂੰ ਲੋਕ ਜਾਣਨ, ਮੈਂ ਵਿਦਿਆ ਪੜ੍ਹਾਵਾਂ ਮੈਨੂੰ ਲੋਕ ਗੁਰੂ ਮੰਨਣ, ਦਾਨ ਦੇਵਾਂ ਮੈਨੂੰ ਲੋਕ ਦਾਨੀ ਕਹਿਣ, ਇਸ ਵਾਸਤੇ ਨਹੀਂ। ਆ ਕੇਵਲ ਮੁਕਤੀ ਉਸ ਪਰਮੇਸ਼ਰ ਵਿੱਚ ਅਭੇਦ ਹੋਣ ਵਾਸਤੇ, ਇੱਕ ਮਿਕ ਹੋਣ ਵਾਸਤੇ। ਅਸ ਦਿਜਵਰ ਜਹ ਬਸੇ ਸੁਖਾਰੇ। ਐਸੀ ਉਹ ਰਾਏ ਭੋਏ ਦੀ ਤਲਵੰਡੀ ਹੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਜਿੱਥੇ ਆ ਬੜੇ ਸ੍ਰੇਸ਼ਟ ਜਿਹੜੇ ਬ੍ਰਾਹਮਣ ਆ ਸੁਖ ਵਾਲੇ ਹੋ ਕੇ ਵਸ ਰਹੇ ਸਨ। ਛਤਰੀ ਧਰਮ ਜੁਦ ਹਿਤ ਧਾਰੇ। ਇਸ ਤਰ੍ਹਾਂ ਛਤਰੀ ਜਿਹੜੇ ਉੱਥੇ ਵਸ ਰਹੇ ਸਨ, ਜਿਹੜੇ ਧਰਮ ਦੇ ਯੁੱਧ ਵਿੱਚ ਹੀ ਆ ਪ੍ਰੇਮ ਧਾਰਦੇ ਆ, ਜਿਨ੍ਹਾਂ ਦਾ ਧਰਮ ਦਾ ਯੁੱਧ ਕਰਨਾ ਹੀ ਆ ਧਰਮ ਹੈ, ਇਵੇਂ ਧਰਮ ਦੇ ਯੁੱਧ ਵਿੱਚ ਆ ਪ੍ਰੇਮ ਧਾਰਦੇ, ਉਹ ਛਤਰੀ ਵੀ ਉਸੇ ਰਾਏ ਭੋਏ ਦੀ ਤਲਵੰਡੀ ਵਿੱਚ ਵਸਦੇ ਸਨ। ਬਨਕ ਧਨੀ ਕ੍ਰਿਤ ਬਨਜ ਬਨੀਤਾ। ਫਿਰ ਬਨਕ ਜਿਹੜੇ ਬਾਣੀਏ ਭਾਵ ਪਹਿਲਾਂ ਬ੍ਰਾਹਮਣਾਂ ਦੀ ਗੱਲ, ਫਿਰ ਛਤਰੀਆਂ ਦੀ ਹੁਣ ਜਿਹੜੇ ਵੈਸ ਹੈ। ਬਾਣੀਏ ਜਿਹੜੇ ਹੈ ਵੈਸ ਬੜੇ ਧਨੀ ਹੈ ਤੇ ਉਹਨਾਂ ਦੀ ਜਿਹੜੀ ਕਿਰਤ ਹੈ ਵਣਜ ਵਪਾਰ ਹੈ, ਦੁਕਾਨਾਂ ਆਦਿ ਕਰਨੀਆਂ ਬਨੀਤਾ ਐ ਵਿਸ਼ੇਸ਼ ਕਰਕੇ ਨੀਤੀ ਸੰਯੁਕਤ ਹੋ ਕੇ ਕਰ ਰਹੇ ਆ। ਇਹ ਨਹੀਂ ਕਿ ਆ ਸਮਾਨ ਵੇਚ ਰਹੇ ਤੇ ਝੂਠ ਸੱਚ ਬੋਲ ਕੇ ਠੱਗੀਆਂ ਠੋਰੀਆਂ ਮਾਰ ਰਹੇ ਆ। ਪੂਰੇ ਨੀਤੀ ਸੰਯੁਕਤ ਜੋ ਬਣਦਾ ਉਸੇ ਤਰ੍ਹਾਂ ਹੀ ਉਹ ਆਪਣਾ ਵਣਜ ਵਪਾਰ ਕਰ ਰਹੇ ਹਨ। ਇਵੇਂ ਬਾਣੀਏ ਕਈ ਜਿਹੜੇ ਵੈਸ ਹਨ। ਬਾਤ ਕੁਸਲ ਬੇਦਨ ਪਥ ਪ੍ਰੀਤਾ। ਐਵੇਂ ਬਾਤ ਦੇ ਕੁਸਲ ਬੜੇ ਚਤਰ ਸਿਆਣੇ ਤੇ ਬੇਦਨ ਜਿਹੜੇ ਧਰਮ ਗ੍ਰੰਥ ਹੈ ਤੇ ਉਹ ਧਰਮ ਗ੍ਰੰਥਾਂ ਦੇ ਆ ਰਸਤੇ 'ਤੇ ਚੱਲ ਕੇ ਉਹਦੇ ਵਿੱਚ ਹੀ ਪ੍ਰੀਤੀ ਕਰਨ ਵਾਲੇ ਇਹੋ ਜਿਹੇ ਉੱਥੇ ਵਸ ਰਹੇ ਸਨ ਰਾਏ ਭੋਏ ਦੀ ਤਲਵੰਡੀ ਵਿੱਚ। ਸਬਨ ਕੀ ਸੇਵ ਕਰੇਈ। ਸ਼ੂਦਰ ਸਬਨ, ਪੜ੍ਹ ਦੁਬਾਰਾ। ਸ਼ੂਦਰ ਸਬਨ ਕੀ ਸੇਵ ਕਰੇਈ। ਫਿਰ ਜਿਹੜੇ ਸ਼ੂਦਰਾਂ ਦਾ ਜਿਵੇਂ ਧਰਮ ਹੈ ਕਿ ਤਿੰਨਾਂ ਹੀ ਇਹ ਵਰਨਾਂ ਦੀ ਸੇਵਾ ਕਰਨੀ, ਸ਼ੂਦਰ ਸਾਰੇ ਆ ਖੱਤਰੀ ਦੀ, ਬ੍ਰਾਹਮਣ ਦੀ, ਵੈਸ ਦੀ ਆ ਸੇਵਾ ਕਰਦੇ ਹੈ। ਨਿਪੁੰਨ ਕਾਰ ਨਿਜ ਨਿਜ ਮਹਤੇਈ। ਇਵੇਂ ਚੌਵੇਂ ਖੱਤਰੀ, ਬ੍ਰਾਹਮਣ, ਸੂਦ, ਵੈਸ ਆਪੋ ਆਪਣੇ ਕੰਮਾਂ ਦੇ ਵਿੱਚ ਇਹ ਨਿਪੁੰਨ ਸਿਆਣੇ ਹਨ। ਨਰ ਅਰੋਗਤਾ ਯੁਤ ਕੁਸ਼ਲਤਾ। ਇਵੇਂ ਉੱਥੋਂ ਦੇ ਜਿਹੜੇ ਰਾਏ ਭੋਏ ਦੀ ਤਲਵੰਡੀ ਦੇ ਪੁਰਸ਼ ਸ੍ਰੇਸ਼ਟ ਆਰੋਗਤਾ ਤੇ ਪ੍ਰਸੰਨਤਾ, ਖੁਸ਼ ਰਹਿਣ ਵਾਸਤੇ। ਵੈਦਕ ਪਠੇ ਹੇਤ ਸਭ ਗਿਆਤਾ। ਇਵੇਂ ਉੱਥੋਂ ਦੇ ਰਹਿਣ ਵਾਲੇ ਸਾਰੇ ਨਰ ਅਰੋਗੀ, ਭਾਵ ਕਿਸੇ ਨੂੰ ਕੋਈ ਰੋਗ ਨਹੀਂ, ਫਿਰ ਪ੍ਰਸੰਨ ਰਹਿੰਦੇ। ਇਹਨਾਂ ਦੇ ਵਾਸਤੇ ਵੈਦਕ ਪਠੇ ਹੇਤ ਸਭ ਗਿਆਤਾ, ਸਭ ਦਾ ਚੀਜ਼ਾਂ ਦਾ ਗਿਆਨ ਵਾਸਤੇ ਆ ਗਿਆਨਮਈ ਪੁਸਤਕ ਪੜ੍ਹਦੇ ਹੈ। ਫਿਰ ਵੈਦਕ ਜਿਹੜੇ ਹਕੀਮੀ ਦੇ ਪੁਸਤਕ ਹੈ, ਗ੍ਰੰਥ ਹੈ, ਆਯੁਰਵੇਦ ਆਦਿਕ, ਉਹਨਾਂ ਗ੍ਰੰਥਾਂ ਨੂੰ ਪੜ੍ਹਦੇ ਹੈ। ਕਾਹਦੇ ਵਾਸਤੇ? ਨਿਰੋਗ ਰਹਿਣ ਵਾਸਤੇ, ਅਰੋਗ ਰਹਿਣ ਵਾਸਤੇ ਵੀ ਕਿਸ ਨੂੰ ਜਿਹੜਾ ਕਿਸ ਨੁਸਖੇ ਨਾਲ ਅਸੀਂ ਠੀਕ ਰਹਿ ਸਕਦੇ ਹਾਂ। ਇਵੇਂ ਸਭ ਪ੍ਰਕਾਰ ਦੀ ਵਿੱਦਿਆ ਜਿਹੜੀ ਉਹ ਪੜ੍ਹਦੇ ਹੈ। ਇਵੇਂ ਦੇ ਜਿਹੜੇ ਲੋਕ ਹੈ ਸ੍ਰੇਸ਼ਟ ਮੱਤ ਵਾਲੇ,
ਉਹ ਰਾਏ ਭੋਏ ਦੀ ਤਲਵੰਡੀ ਜਿੱਥੇ ਸਤਿਗੁਰ ਜੀ ਦਾ ਪ੍ਰਕਾਸ਼ ਹੋਇਆ ਹੈ, ਉਹ ਮਹਾਰਾਜ ਉੱਥੇ ਰਹਿ ਰਹੇ। ਐਵੇਂ ਉਹ ਵਿੱਦਿਆ ਤਰ੍ਹਾਂ ਤਰ੍ਹਾਂ ਦੇ ਗਿਆਤਾ ਗਿਆਨ ਵਾਲੇ ਹੋ ਕੇ ਪੜ੍ਹ ਰਹੇ ਹੈ। ਐਵੇਂ ਭਾਈ ਬਾਲਾ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਨਗਰ ਭਾਵ ਜਿੱਥੇ ਉਹਨਾਂ ਦਾ ਆਪਣਾ ਜਨਮ ਵੀ ਹੋਇਆ ਹੈ, ਉਸ ਨਗਰ ਦੀ ਜਿਹੜੀ ਸ੍ਰੇਸ਼ਟਤਾਈ ਵਡਿਆਈ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਹੈ। ਅੱਗੇ ਜਿਵੇਂ ਸਾਧ ਸੰਗਤ ਜੀ ਉਹ ਕਥਾ ਆਵੇਗੀ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸ਼ੂਦਰ ਸਬਨ ਕੀ ਸੇਵ ਕਰਈ, ਨਿਪੁੰਨ ਕਾਰ ਨਿਜ ਨਿਜ ਮਹਤੇਈ, ਨਰ ਅਰੋਗਤਾ ਜੁਤ ਕੁਸ਼ਲਾਤਾ, ਵੈਦਕ ਪਠਹਿ ਹੇਤ ਸਭ ਗਿਆਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹੋਂ ਦਾਸ रो, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ